श्री नानक अंगद गुरु अमरदास पदबंद रामदास अर्जन गुरु बरसी हर गोबिंद हरि राय हर कृष्ण गुर तेग बहादुर चंद दसवें गोबिंद सिंह गुरु नमो चरण अरविंद जिसमें है अमृत ज्ञान है मानक भगत बैराग श्री गुरु ग्रंथ साहिब उदद बंदों अनुराग श्री गुरु शब्द कमाए जिन जीते पंच विकार तिन संतन को बंदना सिर चरणन परतार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए सतनाम श्री वाहिगुरु साहिब जी दोहरा श्री गुर पटने पुर बिखै रम्य स्थान निहार साहिब जादे को जन्म होए है यहाँ विचार श्री गुर पटने पुर बिखै वाहिगुरु जी का खालसा वाहिगुरु जी की फतेह धन धन सतगुरु श्री गुरु ग्रंथ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਦੇ ਅੰਦਰ ਨਾਵੇਂ ਪਾਤਸ਼ਾਹ ਧਰਮ ਰੱਖਿਅਕ ਬੰਦਗੀ ਸਰੂਪ ਸ਼ਸਤਰ ਧਾਰੀ ਜੋਧੇ ਧੰਨ ਧੰਨ श्री गुरु तेग बहादुर साहब महाराज सच्चे पातशाह ਦੇ पावन पवित्र तप अस्थान गुरुद्वारा श्री ਭੋਰਾ ਸਾਹਿਬ ਜੀ ਵਿਖੇ ਪਿਛਲੇ ਪਹਿਰ ਦੇ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਗੁਰ ਅਸਥਾਨਾਂ 'ਤੇ ਯਾਤਰਾ ਕਰਕੇ ਸੇਵਾਵਾਂ ਕਰਕੇ ਦਰਬਾਰਾਂ 'ਚ ਹਾਜ਼ਰੀਆਂ ਭਰ ਕੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਆਓ ਚੱਲ ਰਹੀ ਲੜੀਵਾਰ ਗੁਰੂ ਇਤਿਹਾਸ ਦੀ ਕਥਾ ਵਿੱਚ ਹਾਜ਼ਰੀ ਭਰੀਏ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੀ ਪਵਿੱਤਰ ਕਥਾ ਆਪ ਸੰਗਤਾਂ ਸਰਵਣ ਕਰਦੇ ਹੋ ਨੇਤਾ ਪ੍ਰਤੀ ਕੱਲ ਇਥੋਂ ਤੀਕ ਪ੍ਰਸੰਗ ਸਰਵਣ ਕੀਤਾ ਹੈ ਵੀ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਨ ਦਿਆਲੂ ਸਤਿਗੁਰੂ ਪੂਰਬ ਦੀ ਯਾਤਰਾ ਕਰਦਿਆਂ ਹੋਇਆਂ ਸਾਹਿਬ ਜੀ ਪਟਨੇ ਵਿੱਚ ਪਹੁੰਚੇ ਹਨ। ਪਟਨੇ ਦੇ ਵਿੱਚ ਆਲਮਗੰਜ ਮਹੱਲੇ ਦੇ ਵਿੱਚ ਆਪਣੇ ਪਰਮ ਪਿਆਰੇ ਸੇਵਕ ਜੈਤਾ ਸੇਠ ਦੇ ਘਰ ਦੇ ਵਿੱਚ ਮਹਾਰਾਜ ਨੇ ਆਪਣਾ ਆ ਕੇ ਡੇਰਾ ਕੀਤਾ ਹੈ। ਸ਼ਹਿਰ ਦੀਆਂ ਸੰਗਤਾਂ ਨੂੰ ਪਤਾ ਲੱਗਾ, ਬੜੀ ਖੁਸ਼ੀ ਦੇ ਨਾਲ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਈਆਂ ਨੇ। ਮਸੰਦ ਉੱਥੋਂ ਦੇ ਮੁਖੀ ਸਤਿਗੁਰਾਂ ਦੇ ਦਰਸ਼ਨ ਕਰਨ ਹਿਤ ਪਹੁੰਚੇ ਹਨ। ਜਦੋਂ ਸੰਗਤ ਆਉਣ ਲੱਗ ਪਈ ਤਾਂ ਘਰ ਦੇ ਵਿੱਚ ਖਲੋਣ ਜੋਗੀ ਜਗ੍ਹਾ ਵੀ ਮਸਾਂ ਹੀ ਬਚੀ ਹੈ। ਮਸੰਦਾਂ ਨੇ ਬੇਨਤੀ ਕੀਤੀ ਸੰਗਤ ਨੂੰ, ਉਦੋਂ ਸਲਾਹ ਕੀਤੀ ਵੀ ਗੁਰੂ ਸਾਹਿਬ ਇੱਥੇ ਹੁਣ ਕੁਝ ਸਮਾਂ ਰਹਿਣਗੇ ਆਪਣੇ ਕੋਲ, ਤਾਂ ਹਾਲਾਂ ਤਾਂ ਸ਼ਹਿਰ ਦੀ ਸਾਰੀ ਸੰਗਤ ਨੂੰ ਵੀ ਪਤਾ ਨਹੀਂ ਲੱਗਾ, ਪਰ ਫਿਰ ਵੀ ਇੰਨੀ ਭੀੜ ਹੈ ਅਤੇ ਗੁਰਸਿੱਖ ਦਾ ਘਰ ਜਿਹੜਾ ਹੈ ਇਹ ਛੋਟਾ ਹੈ। ਜਦੋਂ ਸਾਰੇ ਸ਼ਹਿਰ ਦੀ ਸੰਗਤ ਨੂੰ ਪਤਾ ਲੱਗੇਗਾ, ਫਿਰ ਪਟਨੇ ਸ਼ਹਿਰ ਦੇ ਨੇੜੇ ਨੇੜੇ ਜਿਹੜੇ ਨਗਰ ਵੱਸਦੇ ਨੇ ਉੱਥੋਂ ਦੇ ਸਿੱਖਾਂ ਨੂੰ ਪਤਾ ਲੱਗੇਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਪਟਨੇ ਆਏ ਹਨ, ਤਾਂ ਸਿੱਖ ਸੰਗਤਾਂ ਦੀ ਬਹੁਤੀ ਇਕੱਤਰਤਾ ਹੋਣ ਕਰਕੇ ਇਸ ਸਿੱਖ ਦੇ ਘਰ ਵਿੱਚ ਸੰਗਤ ਸਮਾਵੇਗੀ ਨਹੀਂ। ਸਾਨੂੰ ਯਤਨ ਕਰਨਾ ਚਾਹੀਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਈ ਨਗਰ ਦੇ ਵਿੱਚ ਖੁੱਲ੍ਹਾ ਕੋਈ ਸਾਹਿਬਾਂ ਦੇ ਠਹਿਰਨ ਵਾਸਤੇ ਘਰ ਦਈਏ ਸਤਿਗੁਰਾਂ ਨੂੰ ਬਣਾ ਕੇ, ਕਿਉਂਕਿ ਗੁਰੂ ਸਾਹਿਬ ਜੀ ਦੇ ਵੱਲੋਂ ਇਸ਼ਾਰਾ ਮਸੰਦਾਂ ਨੂੰ ਮਿਲਿਆ ਸੀ ਵੀ ਇੱਥੇ ਹੁਣ ਕੁਝ ਸਮਾਂ ਕੁਝ ਸਾਲ ਵਿਸ਼ਰਾਮ ਕਰਾਂਗੇ। ਇਹ
ਵਿਚਾਰ ਕਰ ਹੀ ਰਹੇ ਸਨ। ਇੱਕ ਸਿੱਖ ਨੇ ਹੱਥ ਜੋੜ ਕੇ ਕਿਹਾ ਵੀ ਜੇ ਤੁਹਾਡੀ ਆਗਿਆ ਹੋਵੇ ਗੁਰਾਂ ਨੂੰ ਬੇਨਤੀ ਕਰੀਏ, ਮੇਰੀ ਹਵੇਲੀ ਇੱਕ ਬਣੀ ਹੋਈ ਆ, ਗੁਰਾਂ ਦੀ ਹੀ ਬਖਸ਼ੀ ਹੋਈ, ਉਸ ਹਵੇਲੀ ਵਿੱਚ ਸਤਿਗੁਰਾਂ ਦਾ ਨਿਵਾਸ ਕਰਾਈਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਇਹ ਘਰ ਵਿੱਚ ਸੰਗਤ ਸਮਾਵੇਗੀ ਨਹੀਂ, ਸਾਰੀ ਖੁੱਲਾ ਘਰ ਹੈ, ਉੱਥੇ ਆਪ ਜੀ ਪੜਾ ਕਰੋ, ਹਵੇਲੀ ਹੈ, ਆਪ ਮਹਾਰਾਜ ਉੱਥੇ ਵਿਸ਼ਰਾਮ ਕਰੋ। ਗਰੀਬ ਨਵਾਜ਼ ਸਤਿਗੁਰੂ ਇੱਕ ਤਾਂ ਸਿੱਖ ਦੇ ਦੁਆਰਾ ਬੇਨਤੀ ਕਰਾਈ, ਦੂਸਰਾ ਸਾਲਸਰਾਏ ਜੋਰੀ ਦੇ ਨਾਲ ਕੀਤਾ ਬਚਨ ਪੂਰਾ ਕਰਨਾ ਸੀ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਹੁਣ 10ਵੇਂ ਜਾਮੇ 'ਚ ਤੇਰੇ ਘਰ ਹੀ ਆਵਾਂਗੇ। ਉਸ ਦੀ ਹਵੇਲੀ ਦੇ ਵਿੱਚ ਸਾਹਿਬਾਂ ਦੇ ਹੁਕਮ ਦੇ ਨਾਲ ਡੇਰਾ ਕੀਤਾ। ਸਿੱਖਾਂ ਨੂੰ ਕਿਹਾ ਵੀ ਸਾਡੇ ਪਰਿਵਾਰ ਮਾਤਾ ਜੀ ਨੂੰ ਲੈ ਜਾਓ, ਬਾਕੀ ਸਭ ਸਿੱਖ ਸੇਵਕ ਉੱਥੇ ਚਲੇ ਜਾਓ ਸ਼ਹਿਰ ਦੇ ਵਿੱਚ, ਜਿੱਥੇ ਹਵੇਲੀ ਦੇ ਵਿੱਚ ਸਿੱਖ ਤੁਹਾਨੂੰ ਕਹਿੰਦਾ ਹੈ ਇਹਦੇ ਨਾਲ ਜਾਓ, ਅਸੀਂ ਵੀ ਉੱਥੇ ਤੁਹਾਡੇ ਕੋਲ ਹੀ ਪਹੁੰਚਾਂਗੇ। ਇੱਦਾਂ ਸਾਰਾ ਡੇਰਾ ਕਰ ਲਿਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਫਿਰ ਆ ਗਏ, ਜਿੱਥੇ ਸਿੱਖ ਨੇ ਹਵੇਲੀ ਦਾਨ ਕੀਤੀ, ਜਿੱਥੇ ਹੁਣ ਹਰਮੰਦਰ ਜੀ ਪਟਨਾ ਸਾਹਿਬ ਤਖਤ ਸੁਭਾਏਮਾਨ ਹੈ। ਤੇ ਜਦੋਂ ਸਤਿਗੁਰੂ ਪਹੁੰਚੇ ਨੇੜੇ ਦੇ ਸਿੱਖਾਂ ਨੇ ਵੀ ਬੇਨਤੀਆਂ ਕੀਤੀਆਂ, ਮਹਾਰਾਜ ਇਉਂ ਕਰੋ ਵੀ ਜਿਹੜੇ ਸਾਨੂੰ ਵੀ ਕੋਈ ਸੇਵਾ ਬਖਸ਼ੋ, ਜਿਵੇਂ ਸਿੱਖ ਦੇ ਘਰ 'ਚ ਤੁਸੀਂ ਸਾਰੇ ਸਿੱਖ ਸੇਵਕ ਲੈ ਕੇ ਆਪਣਾ ਡੇਰਾ ਕੀਤਾ, ਮਹਾਰਾਜ ਮੇਰੇ ਘਰ 'ਚ 2 ਘੋੜੇ ਵੱਧ ਜਾਣੇ ਨੇ, 2 ਘੋੜੇ ਉੱਧਰ ਬੰਨ੍ਹ ਦਿਓ। ਕੋਈ ਕਹਿੰਦਾ ਮਹਾਰਾਜ ਮੇਰੇ ਘਰੇ ਬਲਦ ਬੰਨ੍ਹ ਦਿਓ, ਮੇਰੇ ਘਰ ਦੇ ਵਿੱਚ ਜੋ ਬੱਗੀਆਂ ਰਾਸਾਦਕ ਹਨ ਉਹ ਖੜੇ ਕਰ ਦਿਓ। ਇਵੇਂ ਸਿੱਖਾਂ ਨੇ ਕਹਿ ਕੇ ਆਪੋ ਆਪਣੇ ਘਰਾਂ 'ਚ ਮਹਾਰਾਜ ਦੇ ਨਾਲ ਆਏ ਵਾਹਣ ਜਿਹੜੇ ਹਨ ਉਹਨਾਂ ਦੀ ਸੇਵਾ ਲੈ ਲਈ ਵੀ ਸਾਡੇ ਘਰਾਂ ਦੇ ਵਿੱਚ ਹੀ ਮਹਾਰਾਜ ਇਹ ਟਿਕਣ। ਕਿਸੇ ਘਰ ਵਿੱਚ 2 ਸਿੱਖ ਜਿਹੜੇ ਘੋੜ ਸਵਾਰ ਆ, ਕਿਸੇ ਘਰ 'ਚ 1, ਕਿਸੇ 'ਚ ਵੱਡੇ ਵਿਹੜੇ 'ਚ 5-5, ਇਵੇਂ ਵੰਡ ਵਰਤ ਕੇ ਸਾਰੇ ਸਿੱਖਾਂ ਨੇ ਆਪੋ ਆਪਣੇ ਘਰਾਂ 'ਚ ਪ੍ਰੇਮ ਨਾਲ ਕਹਿ ਕੇ ਸੇਵਾ ਲਈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਐਵੇਂ ਪਟਨੇ ਦੇ ਵਿੱਚ ਨਿਵਾਸ ਕਰ ਰਹੇ ਨੇ, ਜਿਹੜਾ ਬਹੁਤ ਹੀ ਵੱਡਾ ਤੇ ਬਹੁਤ ਹੀ ਸੋਹਣਾ ਸ਼ਹਿਰ ਵਸਿਆ ਹੋਇਆ, ਜਿੱਥੋਂ ਦੇ ਰਹਿਣ ਵਾਲੇ ਬੜੇ ਧਨੀ ਲੋਕ ਹਨ, ਬਹੁਤ ਹੀ ਬਾਗ ਬਗੀਚੇ ਬਣੇ ਨੇ। ਐਡਾ ਵੱਡਾ ਸ਼ਹਿਰ ਹੈ ਵੀ ਕੋਈ ਚਾਹੇ ਤਾਂ ਇੱਕ ਦਿਨ ਦੇ ਵਿੱਚ ਨਹੀਂ ਉਹਨੂੰ ਵੇਖ ਸਕਦਾ, ਕਈ ਦਿਨ ਇਹਨੂੰ ਵੇਖਣ ਦੇ ਵਿੱਚ ਲੱਗ ਜਾਣ। ਉਸ ਥਾਂ 'ਤੇ ਮਹਾਰਾਜ ਬਿਰਾਜਮਾਨ ਹਨ ਤੇ ਸਿੱਖ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਨੇ, ਖੁਸ਼ ਹੋ ਰਹੇ ਨੇ ਸਿੱਖ ਵੀ ਮਹਾਰਾਜ ਸਾਡੇ ਘਰ ਸਾਡੇ ਸ਼ਹਿਰ ਆਏ ਹਨ। ਇਹ ਤੋਂ ਅੱਗੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲੋਂ ਸੰਗਤ 'ਚ ਬੈਠਿਆਂ ਹੀ ਪਟਨਾ ਸ਼ਹਿਰ ਵਸਣ ਦੀ ਕਥਾ ਪੁੱਛਣਗੇ, ਫਿਰ ਉਹ ਪੁਰਾਤਨ ਕਥਾ ਵੀ ਸਾਰੀ ਆਵੇਗੀ। ਆਓ ਮਹਾਰਾਜ ਸਾਹਿਬ ਦੇ ਚਰਨਾਂ ਦਾ ਧਿਆਨ ਧਾਰੀਏ, ਰਸਨਾ ਕਰੋ ਪਵਿੱਤਰ। ਸਾਰੀ ਸੰਗਤ ਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਪਟਨੇ ਪੁਰ ਵਿਖੇ। ਇਸ ਤਰ੍ਹਾਂ ਸਾਧ ਸੰਗਤ ਜੀ ਨੌਵੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਪਟਨੇ ਸ਼ਹਿਰ ਦੇ ਵਿੱਚ ਰਮੈ ਸਥਾਨ ਨਿਹਾਰ। ਬੜਾ ਸੋਹਣਾ ਰਮਣੀਕ ਸੁੰਦਰ ਅਸਥਾਨ ਵੇਖ ਕਰਕੇ ਜੋ ਸਿੱਖ ਨੇ ਦਾਨ ਕੀਤਾ ਹੈ। ਸਾਹਿਬਜ਼ਾਦੇ ਕੋ ਜਨਮ ਹੋਏ ਇਹਾਂ। ਤੇ ਫਿਰ ਮਹਾਰਾਜ ਸਾਹਿਬ ਨੇ ਕਿਹਾ ਸਾਹਿਬਜ਼ਾਦੇ ਕੋ ਜਨਮ। ਸਾਹਿਬਜ਼ਾਦੇ ਆਪਣੇ ਭਾਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਗਮਨ ਦੀ ਜੋ ਵੀ ਮਹਾਰਾਜ ਨੇ ਵਿਚਾਰ ਕਰਕੇ ਹੋਏ ਹੈ ਇਹਾਂ ਵਿਚਾਰ। ਸਤਿਗੁਰਾਂ ਨੇ ਸੋਹਣੇ ਸ਼ਹਿਰ ਪਟਨੇ ਵਿੱਚ ਨਿਵਾਸ ਕੀਤਾ ਤੇ ਗੁਰੂ ਗਰੀਬ ਨਵਾਜ ਭਵਿੱਖ ਦੇ ਸਮੇਂ ਵੱਲ ਵਿਚਾਰ ਕਰਦੇ ਨੇ ਵੀ ਸਾਹਿਬਜ਼ਾਦੇ ਦਾ ਜੋ ਜਨਮ ਆਗਮਨ ਹੈ ਇਸ ਸੋਹਣੇ ਵਸਦੇ ਸ਼ਹਿਰ ਵਿੱਚ ਹੀ ਹੋਵੇਗਾ, ਇੱਥੇ ਹੀ ਉਹ ਕੁਝ ਸਾਲ ਬਤੀਤ ਕਰਨਗੇ। ਇਹ ਸੋਚ ਵਿਚਾਰ ਕੇ ਗੁਰਾਂ ਨੇ ਡੇਰਾ ਕੀਤਾ ਹੈ। ਸਵਈਆ ਸੰਗਤਾ ਇਸ ਸੀਸ ਨਿਵਾਏ। ਜਦੋਂ ਮਹਾਰਾਜ ਪਟਨੇ ਵਿੱਚ ਆ ਗਏ ਨੇ, ਸੰਗਤਾਂ ਆਉਂਦੀਆਂ ਨੇ, ਸਤਿਗੁਰਾਂ ਨੂੰ ਸਿਰ ਝੁਕਾਉਂਦੀਆਂ ਹਨ। ਪਾਇਨ ਪੈਰ ਪੰਤੇ। ਮਹਾਰਾਜ ਦੇ ਚਰਨਾਂ ਦੇ ਲਾਗੇ ਰੱਖ ਕੇ ਭੇਟਾਵਾਂ ਅਰਪਣ ਕਰਦੇ ਨੇ ਵੀ ਪਾਤਸ਼ਾਹ ਜੀ ਸਾਡੀ ਭੇਟਾ ਪ੍ਰਵਾਨ ਕਰੋ। ਭਾਗ ਬੜੇ ਹਮਰੇ ਧਨ ਹੈ। ਤੇ ਇਸ ਤਰ੍ਹਾਂ ਕਹਿੰਦੇ ਸਾਡੇ ਬਹੁਤ ਹੀ ਵੱਡੇ ਭਾਗ ਨੇ। ਪਟਨੇ ਦੇ ਨਾਲ ਦੇ ਨਗਰਾਂ ਦੇ ਸਿੱਖ
ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦੇ, ਪਾਤਸ਼ਾਹ ਤੁਹਾਡੇ ਦਰਸ਼ਨ ਹੋਏ, ਅਸੀਂ ਇਉਂ ਜਾਣਦੇ ਵੀ ਸਾਡੇ ਬਹੁਤ ਹੀ ਕੋਈ ਪੂਰਬਲੇ ਚੰਗੇ ਭਾਗ ਜਾਗ ਪਏ ਹਨ, ਨਿਜ ਲੋਚਨ ਤੇ ਤੁਮ ਕੋ ਦਰਸ਼ਨ ਤੇ। ਜੋ ਆਪਣੀਆਂ ਅੱਖਾਂ ਦੇ ਨਾਲ ਇਸ ਜਨਮ ਦੇ ਵਿੱਚ ਤੁਹਾਨੂੰ ਦਰਸ਼ਨ ਤੇ ਤੁਹਾਡੇ ਦਰਸ਼ਨ ਵੇਖਦੇ ਆ। ਸਾਡੇ ਵੱਡੇ ਹੀ ਭਾਗ ਹੈ ਨੇ, ਤਾਈਓ ਤਾਂ ਮਹਾਰਾਜ ਤੁਹਾਡੇ ਦਰਸ਼ਨ ਪ੍ਰਾਪਤ ਹੋਏ ਹਨ। ਸੇਵਕ ਆਪਨ ਜਾਨ ਦਇਆ ਨਿਧ, ਤੇ ਸੰਗਤ ਬੇਨਤੀ ਕਰਦੀ ਹੈ, ਮਹਾਰਾਜ ਦਇਆ ਨਿਧ, ਦਇਆ ਦੇ ਸਮੁੰਦਰ ਸਤਿਗੁਰੂ ਸਾਨੂੰ ਆਪਣੇ ਸੇਵਕ ਜਾਣ ਕੇ ਆਏ ਨਿਹਾਲ ਕੀਏ ਸੁਖ ਬੰਤੇ। ਇਹ ਸੁੱਖਾਂ ਦੇ ਦੇਣ ਹਾਰੇ ਪਾਤਸ਼ਾਹ, ਸਾਨੂੰ ਆਪ ਏਡੀ ਦੂਰ ਆ ਕੇ ਸਾਡੇ ਨਗਰ ਵਿੱਚ ਤੁਸੀਂ ਨਿਹਾਲ ਕਰਤਾ, ਆਨੰਦਿਤ ਕਰ ਦਿੱਤਾ। ਜੇ ਆਪ ਮਹਾ ਸੁਖ ਜਾਂਪੁਰ, ਪਾਤਸ਼ਾਹ ਜੀ ਇਹ ਤੁਹਾਡੀ ਨਗਰੀ ਹੈ, ਇਸ ਤਰ੍ਹਾਂ ਆਪ ਇਸ ਨਗਰੀ ਦੇ ਵਿੱਚ ਸੁਖ ਦਾ ਵਿਸ਼ਰਾਮ ਕਰਨਾ ਕਰੋ। ਸੇਵ ਕਰੈ ਹਮ ਜਿਉ ਬਿਤਵੰਤੇ, ਤੇ ਪਾਤਸ਼ਾਹ ਜਿੰਨੀ ਸਾਡੀ ਬਿਤ, ਜਿੰਨਾ ਵੀ ਬਲ ਪੈਂਦਾ ਹੈ, ਵੱਧ ਤੋਂ ਵੱਧ ਮਹਾਰਾਜ ਤੁਹਾਡੀ ਸੇਵਾ ਕਰਾਂਗੇ ਸਾਰੇ ਹੀ। ਨਾਹੇ ਤਾਂ ਦੂਰ ਪੰਜਾਬ ਕੋ ਦੇਸ਼ ਤੋਂ, ਇਹ ਤਾਂ ਮਹਾਰਾਜ ਸਾਡੇ ਚੰਗੇ ਭਾਗ, ਨਹੀਂ ਤਾਂ ਪੰਜਾਬ ਦੇਸ਼ ਇੱਥੋਂ ਸਾਡੇ ਦੇਸ਼ ਤੋਂ ਬਿਹਾਰ ਦੇਸ਼ ਤੋਂ ਕਿੰਨੀ ਦੂਰ ਹੈ। ਕੌਣ ਸਕੈ ਤੇ ਠਾਨ ਨ ਰਜਾਈ, ਮਹਾਰਾਜ ਕਿਹੜਾ ਹੈ ਗ੍ਰਸਤੀ, ਸਾਰੇ ਹੀ ਜਿਹੜੇ ਉੱਥੇ ਜਾ ਕੇ ਦਰਸ਼ਨ ਕਰ ਸਕਦੇ, ਨਹੀਂ ਨਿਕਲਿਆ ਜਾਂਦਾ ਕੰਮਾਂ ਤੋਂ। ਮਹਾਰਾਜ ਐਡੀ ਦੂਰ ਪੰਜਾਬ ਵਿੱਚ ਕਿੱਥੇ ਸਾਰਿਆਂ ਕੋ ਸਾਡੇ ਕੋ ਦਰਸ਼ਨ ਕਰਨ ਆਇਆ ਜਾਣਾ ਸੀ। ਹੈ ਪਰਿਵਾਰ ਜੰਜਾਰ ਮਹਾ, ਮਹਾਰਾਜ ਜਿਹੜੇ ਪਰਿਵਾਰ ਦਾ ਜੰਜਾਲ ਹੈ, ਇਹ ਕੰਮ ਧੰਦੇ ਪਰਿਵਾਰ ਟੱਬਰ ਦੀਆਂ ਜਿਹੜੀਆਂ ਜ਼ਰੂਰਤਾਂ ਲੋੜਾਂ ਨੇ ਨਿਕਲ ਨਹੀਂ ਦਿੰਦੀਆਂ ਸਾਰਿਆਂ ਨੂੰ। ਜਿਸ ਤੇ ਲਿਖਿਓ ਨ ਜਾਏ ਕਦਾਈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਟਨੇ ਦੇ ਸਿੱਖ ਕਹਿੰਦੇ, ਸਾਡੇ ਕੋਲ ਕਿੱਥੇ ਮਹਾਰਾਜ ਨਿਕਲਿਆ ਜਾਣਾ ਸੀ, ਕਿੱਥੇ ਅਸੀਂ ਦਰਸ਼ਨ ਕਰ ਸਕਣੇ ਸਨ ਤੁਹਾਡੇ। ਸੇਵ ਸੋਵਤ ਦੇਤ ਉਠਾਏ ਕਿਸੀ ਕੋ, ਇਹ ਤਾਂ ਮਹਾਰਾਜ ਐਸੀ ਤੁਸੀਂ ਕਿਰਪਾ ਕੀਤੀ ਹੈ ਵੀ ਜਿਵੇਂ ਕੋਈ ਸੁੱਤਾ ਹੋਵੇ ਤੇ ਸੁੱਤੇ ਹੋਏ ਨੂੰ ਉਠਾ ਕੇ ਕੋਈ ਪਦਾਰਥ ਮਿਲ ਜਾਵੇ। ਸੋ ਹਮਰੇ ਗਤ ਭੀ ਸੁਖਦਾਈ, ਇਹ ਸੁੱਖਾਂ ਦੇ ਦੇਣ ਹਾਰੇ ਸਤਿਗੁਰੂ ਤੁਹਾਡੇ ਦਰਸ਼ਨ ਪਟਨੇ ਵਿੱਚ ਕਰਕੇ ਤਾਂ ਸਾਡੀ ਹਾਲਤ ਉਹੀ ਹੋਈ ਵੀ ਜਿਵੇਂ ਕੋਈ ਸੁੱਤੇ ਨੂੰ ਉਠਾ ਕੇ ਕੋਈ ਵਸਤੂ ਕੀਮਤੀ, ਕੋਈ ਵਰਤਾਰਾ, ਕੋਈ ਪਦਾਰਥ ਦਵੇ ਵੀ ਆਹ ਲੈ ਤੇਰਾ ਵਰਤਾਰਾ ਹੈ। ਐਵੇਂ ਮਹਾਰਾਜ ਸਾਹਿਬ ਜੀ ਸਾਨੂੰ ਤੁਸੀਂ ਆ ਕੇ ਘਰ ਵਿੱਚ ਹੀ ਆਪਣੇ ਦਰਸ਼ਨ ਬਖਸ਼ ਦਿੱਤੇ ਹਨ। ਰੋਜ ਸਰੋਜ ਪਦਮ ਦਰਸੈ, ਹੁਣ ਮਹਾਰਾਜ ਰੋਜ਼ ਹੀ ਕਮਲ ਵਰਗੇ ਤੁਹਾਡੇ ਚਰਨਾਂ ਦੇ ਨਮਸਕਾਰ ਕਰਕੇ ਦਰਸ਼ਨ ਕਰਿਆ ਕਰਾਂਗੇ। ਕਰਤਾਰ ਕਰੈ ਭਿਓ ਲਾਭ ਮਹਾਈ, ਇਹ ਤਾਂ ਬੜਾ ਵੱਡਾ ਲਾਭ ਹੋ ਗਿਆ ਮਹਾਰਾਜ। ਘਰ ਦੇ ਕੰਮ ਵੀ ਸਾਰੇ ਕਰ ਆਇਆ ਕਰਾਂਗੇ ਜਾ ਕੇ ਛੇਤੀ ਨਾਲ, ਫਿਰ ਤੁਹਾਡੀ ਸੰਗਤ ਵੀ ਹੋ ਜਾ ਕਰੂਗੀ। ਇਹ ਤਾਂ ਬੜਾ ਵੱਡਾ ਲਾਭ ਹੋ ਗਿਆ ਸਾਨੂੰ। ਜੋ ਸਭ ਸੰਗਤ ਭਾਉ ਕਰਿਓ, ਇਸ ਤਰ੍ਹਾਂ ਸਾਰੀ ਪਟਨੇ ਦੀ ਸੰਗਤ ਨੇ ਬਹੁਤਾ ਹੀ ਭਾਉ ਪ੍ਰੇਮ ਕੀਤਾ ਸਤਿਗੁਰੂ ਦੇ ਆਉਣ ਕਰਕੇ। ਅਰਦਾਸ ਕਰੀ ਪੁਨ ਆਪਸ ਮਾਹੀ, ਤੇ ਫਿਰ ਆਪਸ ਵਿੱਚ ਅਰਦਾਸ ਕਰਕੇ ਤੇ ਇਹਨਾਂ ਸਿੱਖਾਂ ਨੇ, ਸੰਗਤਾਂ ਨੇ ਬੇਨਤੀ ਕੀਤੀ, ਇੱਕ ਦੂਜੇ ਨਾਲ ਸਲਾਹ ਕੀਤੀ ਹੈ। ਸੁੰਦਰ ਮੰਦਰ ਕੋ ਬਨਵਾਏ, ਕਹਿੰਦੇ ਮਹਾਰਾਜ ਨੇ ਇੱਥੇ ਆਪਣੇ ਕੋਲ ਰਹਿਣਾ ਕੁਝ ਸਮਾਂ, ਤੇ ਆ ਠੀਕ ਹਵੇਲੀ ਸੋਹਣੀ ਬਣੀ, ਪਰ ਇੱਕ ਇਹਦੇ ਵਿੱਚ ਹੀ ਸਤਿਗੁਰਾਂ ਦੇ ਲਈ ਸੋਹਣਾ ਮੰਦਰ ਮਕਾਨ ਵੱਖਰਾ ਬਣਾ ਦਈਏ ਨਵੇਂ ਪਾਤਸ਼ਾਹ ਲਈ। ਸਭੀ ਰੁੱਤ ਮੇ ਸੁਖ ਦਾ ਦੁਖ ਨਾਹੀ, ਜਿਹੜਾ ਸਾਰੀਆਂ ਰੁੱਤਾਂ ਦੇ ਵਿੱਚ 6 ਰੁੱਤਾਂ ਹਨ, 6 ਰੁੱਤਾਂ ਦੇ ਮੌਸਮ ਦੇ ਅਨੁਕੂਲ ਹੋਵੇ, ਸੁਖਦਾਈ ਹੋਵੇ। ਤੇਨ ਉਤਾਇਲ ਤਿਆਰ ਆਵਾਸ ਕੋ, ਇਸ ਤਰ੍ਹਾਂ ਬੜੀ ਛੇਤੀ ਨਾਲ ਸੰਗਤ ਨੇ ਸਲਾਹ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਠਹਿਰਨ ਦੇ ਲਈ ਵੱਖਰਾ ਸੋਹਣਾ ਘਰ ਬਣਾ ਦਿੱਤਾ। ਔਰ ਸਮਾਜ ਸਭੈ ਬਿਦ ਜਾਹੀ, ਤੇ ਹੋਰ ਵੀ ਸਾਜੋ ਸਮਾਨ ਇਸੇ ਤਰ੍ਹਾਂ ਜੋ ਚਾਹੀਦੀਆਂ ਸਨ ਵਸਤੂਆਂ, ਜੋ ਲੋੜਾਂ ਸਨ ਮਹਾਰਾਜ ਸਾਹਿਬ ਜੀ ਦੀਆਂ ਆਪਣੇ ਆਪ ਹੀ ਬਿਨਾਂ ਗੁਰਾਂ ਦੇ ਕਹੇ ਤੋਂ ਛੇਤੀ ਦੇ ਨਾਲ ਹੀ ਪਟਨੇ ਦੀ ਸੰਗਤ ਨੇ ਹਾਜ਼ਰ ਕਰ ਦਿੱਤੀਆਂ। ਆਪ ਕਰਿਓ ਬਿਸਰਾਮ ਦਇਆ ਨਿਧ, ਦਇਆ ਦੇ ਸਮੁੰਦਰ ਸਤਿਗੁਰਾਂ ਨੇ ਆਪ ਫਿਰ ਇਸ ਤਰ੍ਹਾਂ ਸ਼ਹਿਰ ਵਿੱਚ ਨਿਵਾਸ ਕਰਕੇ ਕੁਝ ਸਮੇਂ ਵਿਸ਼ਰਾਮ ਕੀਤਾ। ਸਿੱਖਨ ਕਾਮਨ ਪੂਰ ਕਰਾ, ਜਿਹੜੇ ਸਿੱਖ ਗੁਰੂ ਦੀ ਸ਼ਰਨ ਆਉਂਦੇ ਨੇ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ, ਵਾਸ਼ਨਾਵਾਂ ਖਤਮ ਹੀ ਕਰ ਦਿੰਦੇ ਹਨ। ਜਿਮ ਜਾਂਚਤ ਹੈ ਅਰ ਸੇਵਤ ਹੈ, ਜਿਹੜਾ ਵੀ ਕੋਈ ਆ ਕੇ ਮਹਾਰਾਜ ਦੀ ਸੇਵਾ ਕਰਦਾ ਹੈ, ਸੇਵਾ ਕਰਕੇ ਜੋ ਵੀ ਇਜਾਜ਼ਤ ਮੰਗਦਾ ਹੈ, ਜੋ ਘਰ ਦੀ ਲੋੜ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ, ਸਿਮ ਦੇਵਤ ਹੈ ਗੁਰ ਰੂਪ ਉਦਾਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਬੜੇ ਹੀ ਉਦਾਰ ਚਿੱਤ ਹਨ, ਉਦਾਰ ਸਰੂਪ ਹਨ।
ਪਾਤਸ਼ਾਹ ਜੀ ਜੋ ਵੀ ਕਿਸੇ ਦੀ ਕੋਈ ਅਰਦਾਸ ਹੋਵੇ, ਕੋਈ ਘਰ ਦਾ ਕਾਰਜ ਅਟਕਿਆ ਹੈ ਜਾਂ ਕੋਈ ਪਰਮਾਰਥ ਦੇ ਵਿੱਚ ਸਫਲਤਾ ਚਾਹੁੰਦਾ, ਝਾਟੀ ਪੂਰੀ ਕਰ ਦਿੰਦੇ ਸ਼ਾਹ ਸਿੱਖਾਂ ਦੀ। ਨਰ ਨਾਰਨ ਕੇ ਗਨ ਹੈ ਸਰਦਾ ਬਹੁਤੇ ਨਰ ਨਾਰੀਆਂ ਦੇ ਵਿੱਚ ਸ਼ਰਧਾ ਹੋ ਰਹੀ ਹੈ ਮਹਾਰਾਜ ਸਾਹਿਬ ਜੀ ਪ੍ਰਤੀ। ਨਰ ਨਾਰਨ ਕੇ ਗਨ ਹੋਇਆ ਸ਼ਰਧਾ ਧਾਰ, ਸ਼ਰਧਾ ਧਾਰਨ ਕਰ ਰਹੇ ਹਨ ਬਹੁਤ ਸਿੱਖ। ਸੇਵਕ ਕੋ ਦਰਸ਼ਨ ਦਰਬਾਰੇ ਮਹਾਰਾਜ ਦੇ ਮੁਖਾਰ ਬਿੰਦ ਦੇ ਸਤਿਗੁਰਾਂ ਦੀ ਸੰਗਤ ਦੇ ਦਰਬਾਰ ਦੇ ਦਰਸ਼ਨ ਕਰਦੇ ਹਨ। ਇੱਕ ਆਮਤ ਹੈ ਇੱਕ ਜਾਵਤ ਹੈ। ਇੱਕ ਕੋਈ ਸਿੱਖ ਦਰਸ਼ਨ ਕਰਨ ਦੇ ਲਈ ਆ ਰਿਹਾ ਹੈ, ਕੰਮ ਨਿਬੇੜ ਕੇ ਘਰ ਦੇ, ਕੋਈ ਮਹਾਰਾਜ ਸਾਹਿਬ ਦੀ ਆਗਿਆ ਲੈ ਕੇ ਜਾ ਰਿਹਾ ਹੈ ਸਤਿਗੁਰਾਂ ਕੋਲੋਂ। ਇੱਕ ਪਾਵਤ ਹੈ ਮਨ ਬਾਂਛਤ ਸਾਰੇ। ਤੇ ਇੱਕ ਬੇਨਤੀਆਂ ਕਰਕੇ ਮਨ ਬਾਂਛ ਸਾਰੇ ਹੀ ਫਲ ਪ੍ਰਾਪਤ ਕਰ ਰਹੇ ਨੇ, ਧਰਮ ਅਰਥ ਕਾਮ ਮੋਖ। ਬਹੁ ਭਾਂਤੋ ਪਾਇਨ ਪਾਇਨ ਪੈ ਬਹੁਤ ਤਰ੍ਹਾਂ ਦੀਆਂ ਭੇਟਾਵਾਂ ਗੁਰਾਂ ਦੇ ਚਰਨਾਂ ਲਾਗੇ ਰੱਖ ਕੇ ਮੱਥਾ ਟੇਕਦੇ ਹਨ। ਕਰਦੇ ਬਿਨਤੀ ਜੁਤ ਬੰਧਨ ਧਾਰੇ। ਫਿਰ ਬੇਨਤੀਆਂ ਵੀ ਕਰਦੇ ਨੇ, ਕੋਲੋਂ ਦਿੰਦੇ ਨੇ, ਅਰਦਾਸਾਂ ਕਰਦੇ ਨੇ ਤੇ ਮਹਾਰਾਜ ਦੇ ਚਰਨਾਂ ਦੇ ਸਿਰ ਰੱਖ ਕੇ ਮੱਥਾ ਟੇਕਦੇ ਹਨ। ਚੌ ਪਈ ਸ਼੍ਰੀ ਗੁਜਰੀ ਸਵਾਦੀ ਕੋ ਭਰਾਤਾ। ਇੱਕ ਦਿਨ ਦੀ ਗੱਲ ਹੈ ਵੀ ਦੀਵਾਨ ਦੇ ਵਿੱਚ ਸਤਿਗੁਰੂ ਦਰਸ਼ਨ ਦੇ ਰਹੇ ਸਨ ਤੇ ਸ੍ਰੀ ਮਾਤਾ ਗੁਜਰੀ ਜੀ ਜੋ ਪਤੀਬ੍ਰਤਾ ਧਰਮ ਵਿੱਚ ਪਰਪੱਕ ਨੇ, ਉਹਨਾਂ ਦਾ ਭਰਾ ਬੈਠਾ ਹੋਇਆ ਸੀ ਗੁਰਾਂ ਦੇ ਕੋਲ, ਨਾਮ ਕਿਰਪਾਲ ਜਗਤ ਬਖਿਆਤਾ। ਜਿਨ੍ਹਾਂ ਦਾ ਨਾਮ ਕਿਰਪਾਲ ਚੰਦ ਕਰਕੇ ਜਗਤ ਦੇ ਵਿੱਚ ਪ੍ਰਗਟ ਹੀ ਹੈ। 7ਵੇਂ ਪਾਤਸ਼ਾਹ ਦੇ ਵੇਲੇ ਤੋਂ ਸੇਵਾ ਕਰਦੇ ਆ ਰਹੇ। ਹੁਣ ਮੈਂ ਕਿਤਕ ਦਿਓ ਸਕਰ ਬਾਸ। ਜਦੋਂ ਨਗਰ ਦੇ ਵਿੱਚ ਕਿੰਨੇ ਹੀ ਦਿਨ ਆਇਆਂ ਨੂੰ ਹੋ ਗਏ, ਪਟਨੇ ਸ਼ਹਿਰ ਵਿੱਚ ਨਿਵਾਸ ਕੀਤੇ ਆ, ਬੈਠੇ ਹੁਤੇ ਸਤਿਗੁਰੂ ਪਾਸ। ਸਿੱਖ ਵੀ ਬੈਠੇ ਸਨ ਅਤੇ ਕਿਰਪਾਲ ਜੀ ਵੀ ਬੈਠੇ ਸਨ, ਜੋ ਜਿਨ੍ਹਾਂ ਨੂੰ ਮਾਮਾ ਕਿਰਪਾਲ ਚੰਦ ਕਹਿ ਦਿੰਦੇ ਆ, 10ਵੇਂ ਪਾਤਸ਼ਾਹ ਦੇ ਮਾਮਾ ਜੀ ਸਨ। ਤੇ ਉਹ ਕਿਰਪਾਲ ਚੰਦ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਬੈਠੇ ਸਨ। ਪਰ ਸਿੱਖ ਸੇਵਕ ਗੁਰ ਤੀਰ। ਹੋਰ ਵੀ ਸੇਵਕ ਜਿਹੜੇ ਹਜ਼ੂਰੀ 'ਚ ਰਹਿਣ ਵਾਲੇ ਉਹ ਵੀ ਪਾਸ ਹੀ ਬੈਠੇ ਸੀ ਤੇ ਨਗਰ ਦੇ ਕੁਝ ਸਿੱਖ ਜੋ ਦਰਸ਼ਨ ਕਰਨ ਆਏ ਉਹ ਵੀ ਬੈਠੇ ਸਨ। ਦਰਸ਼ਨ ਕਰਹਿ ਨਰਨ ਕੀ ਭੀੜ। ਆਏ ਤਾਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਦੀ ਭੀੜ ਲੱਗੀ ਹੋਈ ਆ ਗੁਰਾਂ ਦੇ ਹਜ਼ੂਰ। ਤਬ ਕਿਰਪਾਲ ਨੇ ਬੂਝਨ ਕੀਨੋ। ਉਸ ਵੇਲੇ ਸੰਗਤ 'ਚ ਬੈਠਿਆਂ ਹੋਇਆ ਮਾਮਾ ਕਿਰਪਾਲ ਚੰਦ ਜੀ ਨੇ ਪੁੱਛਿਆ ਨਾਵੇਂ ਸਤਿਗੁਰਾਂ ਨੂੰ, ਆਪ ਜਗਤ ਕੇ ਗੁਰੂ ਪਰਬੀਨੋ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਸੀਂ ਜਗਤ ਗੁਰੂ ਹੋ, ਬੜੇ ਹੀ ਪ੍ਰਬੀਨ ਸਿਆਣੇ ਹੋ। ਭੂਤ ਭਵਿੱਖ ਅਨੇਕ ਬਿਰਤਾਂਤ। ਤਿੰਨਾਂ ਸਮਿਆਂ ਦੀ ਮਹਾਰਾਜ ਆਪ ਸੋਝੀ ਰੱਖਦੇ ਹੋ, ਭੂਤ ਭਵਿੱਖ ਵਰਤਮਾਨ ਸਭ ਸਮਿਆਂ 'ਚ। ਪਹਿਲੇ ਸਮੇਂ 'ਚ ਕੀ ਹੋ ਗਿਆ, ਹੁਣ ਕੀ ਕਿੱਥੇ ਹੋ ਰਿਹਾ, ਅੱਗੇ ਨੂੰ ਕੀ ਹੋਵੇਗਾ, ਇਹ ਸਾਰੀ ਤੁਹਾਨੂੰ ਗਿਆਤ ਹੈ। ਤੁਮਰੇ ਹਿਰਦੇ ਸਭਨ ਕੀ ਗਿਆਤ। ਤਿੰਨਾਂ ਕਾਲਾਂ ਦੀ ਮਹਾਰਾਜ ਤੁਹਾਡੇ ਹਿਰਦੇ ਦੇ ਵਿੱਚ ਗਿਆਤ ਹੈ। ਨਗਰ ਵਿਸਾਲ ਮਨੋਹਰ ਮਹਾ। ਤੇ ਕਿਰਪਾ ਕਰੋ ਮਹਾਰਾਜ, ਇੱਥੇ ਸ਼ਹਿਰ 'ਚ ਆਇਆਂ ਨੂੰ ਕਈ ਦਿਨ ਹੋ ਗਏ ਤੇ ਮਨ ਦੀ ਇੱਛਾ ਵੀ ਐਡਾ ਵੱਡਾ ਸ਼ਹਿਰ ਕਿਵੇਂ ਤੇ ਕਿੰਨੇ ਵਸਾਇਆ ਹੋਵੇਗਾ। ਇਹ ਜਿਹੜਾ ਮਨ ਨੂੰ ਹੀ ਖਿੱਚ ਲੈਂਦਾ, ਮਨ ਨੂੰ ਚੁਰਾਉਂਦਾ ਹੈ ਆਪਣੀ ਸੁੰਦਰਤਾ ਕਰਕੇ। ਧਨੀ ਪੁਰਖ ਬੈਠੇ ਜਹ ਕਹਾਂ। ਜਿੱਥੇ ਕਿਥੇ ਵੀ ਮਹਾਰਾਜ ਬਾਜ਼ਾਰਾਂ ਚੋਂ ਦੀ ਲੰਘੀ ਦਾ, ਬੜੇ ਵੱਡੇ ਧਨਾੜ ਸੇਠ ਪਟਨੇ ਵਿੱਚ ਬੈਠੇ ਹੋਏ ਸ਼ਾਹੂਕਾਰ। ਮੰਦਰ ਬਰ ਸੁੰਦਰ ਬੜ ਕਰੇ। ਫਿਰ ਕਿੱਡੇ ਵੱਡੇ ਸੋਹਣੇ ਪੱਕੇ ਮਕਾਨ, ਉੱਚੇ ਚੁਬਾਰੇ ਬਣੇ, ਹਵੇਲੀਆਂ ਬਣੀਆਂ ਹੋਈਆਂ ਹਨ ਸ੍ਰੇਸ਼ਟ। ਨਾਰੀ ਗਨ ਆਨੰਦ ਭਰੇ। ਤੇ ਇੱਥੋਂ ਦੇ ਮਹਾਰਾਜ ਸਭ ਮਾਈ ਭਾਈ ਆਨੰਦ ਵਿੱਚ ਹੀ ਰਹਿੰਦੇ ਨੇ। ਜਿੱਧਰ ਨੂੰ ਵੀ ਵੇਖੀਏ ਬੜੇ ਖੁਸ਼ ਹੋ ਕੇ ਇੱਕ ਦੂਜੇ ਦੇ ਨਾਲ ਸਾਰੇ ਹੀ ਇਹ ਬਚਨ ਬਲਾਸ ਕਰਦੇ ਹਨ। ਸਤਿਗੁਰ ਕੀ ਸੰਗਤ ਸਮੁਦਾਇ। ਫਿਰ ਇਸ ਪਟਨੇ ਸ਼ਹਿਰ ਵਿੱਚ ਇਹ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਤੁਹਾਡੀ ਸੰਗਤ ਵੀ, ਤੁਹਾਡੇ ਸਿੱਖ ਵੀ ਜਿਹੜੇ ਸਮੂਹ ਬਹੁਤ ਵਸਦੇ ਹਨ। ਰਾਵਰ ਕੋ ਦਰਸ਼ਨ ਹਰ ਖਾਈ। ਤੁਹਾਡੇ ਦਰਸ਼ਨ ਕਰ ਕਰਕੇ ਪਟਨੇ ਨਿਵਾਸੀ ਸਿੱਖ ਬਹੁਤ ਹੀ ਖੁਸ਼ ਹੋ ਰਹੇ ਨੇ। ਚਲੇ ਪ੍ਰਵਾਹ ਬਿਮਲ ਬਹੁ ਪਾਣੀ। ਫਿਰ ਮਹਾਰਾਜ ਵੇਖੋ ਪਾਣੀ ਦਾ ਨਿਰਮਲ ਪ੍ਰਵਾਹ ਬਹੁਤ ਹੀ ਜ਼ਿਆਦਾ ਇਸ ਪਟਨੇ ਸ਼ਹਿਰ ਦੇ ਵਿੱਚ ਵਗ ਰਿਹਾ ਹੈ। ਸਕਲ ਦੇਸ਼ ਸ਼ੋਭਤ ਗੁਣ ਖਾਨੀ। ਸਾਰਾ ਹੀ ਮਹਾਰਾਜ ਇਹ ਜਿਹੜਾ ਬਿਹਾਰ ਦਾ ਇਲਾਕਾ ਬੜਾ ਸੋਹਣਾ ਸ਼ੋਭ ਰਿਹਾ ਹੈ। ਹੇ ਗੁਣਖਾਨੀ ਗੁਰੂ ਤੇਗ ਬਹਾਦਰ ਸਾਹਿਬ। ਭਾਂਤ ਭਾਂਤ ਕੇ ਉਪਬਨ ਖਰੇ। ਕਈ ਤਰ੍ਹਾਂ ਦੇ ਕਿਰਪਾਲ ਚੰਦ ਜੀ ਸਤਿਗੁਰਾਂ ਨੂੰ ਕਹਿੰਦੇ ਮਹਾਰਾਜ ਬਾਗ ਬਗੀਚੇ ਲੱਗੇ ਹੋਏ ਸੋਹਣੇ ਫੱਬ ਰਹੇ ਨੇ। ਫਲ ਫੂਲਨ ਜੁਤ ਤਰ ਦਲ ਹਰੇ। ਫਲਾਂ ਦੇ ਸਹਿਤ, ਫੁੱਲਾਂ ਦੇ ਸਹਿਤ, ਸਾਰੇ ਹੀ ਦਰਖਤ ਤੇ ਦਰਖਤਾਂ ਦੇ
ਦੇ ਪੱਤੇ ਜਿਹੜੇ ਹਰੇ ਭਰੇ ਨੇ। ਇਸ ਮਹਿ ਭਇਓ ਕੌਣ ਵੱਡ ਰਾਜਾ। ਤੇ ਮਹਾਰਾਜ ਇਹ ਦੱਸੋ ਵੀ ਇਹ ਸ਼ਹਿਰ ਏਡਾ ਜਿਹੜਾ ਘੁੱਗ ਵਸਦਾ, ਇਹਦੇ ਵਿੱਚ ਕਿਹੜਾ ਏਡਾ ਵੱਡਾ ਕੋਈ ਰਾਜਾ ਹੋਇਆ ਹੈ ਜਿਨੇ ਸ਼ਹਿਰ ਨੂੰ ਵਿਸਥਾਰ ਦਿੱਤਾ, ਜਿਨੇ ਇੰਨਾ ਸੋਹਣਾ ਸ਼ਹਿਰ ਬਣਾਇਆ ਏ। ਜਿਸਨੇ ਸਕਲ ਬਸਾਏ ਬਿਰਾਜਾ। ਜਿਨੇ ਮਹਾਰਾਜ ਜਿਸ ਸਕਲ ਬਸਾਏ ਬਰਾਜਾ, ਇਹ ਸਾਰਾ ਪਟਨਾ ਸ਼ਹਿਰ ਜਿਨੇ ਵਸਾ ਕੇ ਤੇ ਸਥਾਪਨ ਕੀਤਾ ਹੈ, ਉਹ ਕਿਹੜਾ ਮਹਾਰਾਜ ਰਾਜਾ ਹੋਇਆ। ਰਾਜੇ ਹੀ ਹੁੰਦੇ ਸਨ ਉਹਨਾਂ ਸਮਿਆਂ ਵਿੱਚ। ਦੇ ਕਿਰਪਾਲ ਚੰਦ ਜੀ ਪੁੱਛਦੇ ਨੇ ਵੀ ਕਿਹੜੇ ਰਾਜੇ ਨੇ ਮਹਾਰਾਜ ਏਡਾ ਸੋਹਣਾ ਨਗਰ ਵਸਾਇਆ ਏ। ਸੁੰਦਰ ਦੇਸ਼ ਰਾਜ ਜਿਨ ਕੀਨਸ। ਮਹਾਰਾਜ ਇਹ ਸਾਰਾ ਹੀ ਕਿੱਡਾ ਸੋਹਣਾ ਬਿਹਾਰ ਦੇਸ਼ ਹੈ, ਕਿੰਨੇ ਇਹ ਬਣਾਉਣਾ ਕੀਤਾ ਆਪ ਦੱਸੋ। ਕਰੋ ਸੁਨਾਮਨ ਸਕਲ ਪਰਬੀਨਸ। ਮਹਾਰਾਜ ਸਾਰੀ ਸਾਖੀ ਤੁਹਾਨੂੰ ਪਤਾ, ਤੁਸੀਂ ਸਭ ਕੁਝ ਹੀ ਜਾਣੀ ਜਾਣ ਹੋ, ਬੜੇ ਪ੍ਰਬੀਨ ਹੋ, ਸਭ ਤੋਂ ਚਤਰ ਹੋ, ਦੱਸਣਾ ਕਰੋ। ਦੋਹਰਾ ਸੁਣ ਕੇ ਸਭ ਸੰਗਤ ਵਿਖੈ। ਐਵੇਂ ਜਦੋਂ ਸਾਰੀ ਸੰਗਤ 'ਚ ਬੈਠਿਆ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਰਪਾਲ ਚੰਦ ਜੀ ਨੇ ਬੇਨਤੀ ਕੀਤੀ ਤਾਂ ਸੁਣ ਕਰਕੇ ਸਤਿਗੁਰਾਂ ਨੇ ਗਿਆਨ ਹਿਰਦੈ ਇਤਿਹਾਸ। ਆਪਣੇ ਹਿਰਦੇ ਦੇ ਵਿੱਚ ਜਾਣ ਕੇ ਵੀ ਇਤਿਹਾਸ ਪੁੱਛਣਾ ਚਾਹੁੰਦੇ ਹਨ, ਜਾਂ ਇਤਿਹਾਸ ਜਾਣਨ ਵਾਸਤੇ ਕਿਰਪਾਲ ਚੰਦ ਜੀ ਨੇ ਸੰਗਤ ਵਿੱਚ ਬੈਠਿਆਂ ਹੋਇਆਂ ਮਹਾਰਾਜ ਨੂੰ ਕਿਹਾ। ਤੇਗ ਬਹਾਦਰ ਸ੍ਰੀ ਗੁਰ ਕਹਿਓ। ਉਸ ਵੇਲੇ ਸੁਣ ਕੇ ਕਿਰਪਾਲ ਚੰਦ ਦੀ ਬੇਨਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ। ਸਭਨ ਸਿੱਖ ਪਾਸ। ਸਾਰੇ ਜਿਹੜੇ ਸਿੱਖ ਬੈਠੇ ਸਨ ਉਹਨਾਂ ਦੇ ਕੋਲ ਬੈਠਿਆਂ ਸਿੱਖਾਂ ਨੂੰ ਪਟਨੇ ਦੇ ਵਿੱਚ ਜਿਹੜਾ ਵੱਡਾ ਰਾਜਾ ਹੋਇਆ ਜਿਹਨੇ ਸ਼ਹਿਰ ਵਸਾਇਆ ਬਹੁਤਾ, ਉਹਦੀ ਸਾਖੀ ਦੱਸਣ ਲੱਗੇ। ਇਸੇ ਦੇਸ਼ ਮੈਂ ਹੋਤ ਭਾ। ਮਹਾਰਾਜ ਕਹਿੰਦੇ ਵੀ ਇਸੇ ਦੇਸ਼ ਵਿੱਚ, ਇਹਨੂੰ ਮਗਧ ਦੇਸ਼ ਕਹਿੰਦੇ ਸਨ। ਹੁਣ ਜਿਵੇਂ ਬਿਹਾਰ ਦਾ ਇਲਾਕਾ ਹੈ, ਸੋ ਜਿਵੇਂ ਇੱਥੇ ਪੰਜਾਬ ਨੂੰ ਮਦਰ ਦੇਸ਼ ਕਹਿੰਦੇ ਸਨ, ਤਾਂ ਹੁਣ ਪੰਜਾਬ ਕਹਿੰਦੇ ਹਨ। ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੀ ਇਸ ਦੇਸ਼ ਦੇ ਵਿੱਚ ਇੱਕ ਹੋਇਆ ਹੈ ਰਾਜਾ ਨਿਰਪਤ ਬ੍ਰਹਦਰਥ ਨਾਥ। ਹਾਂ, ਬ੍ਰਹਦਰਥ ਨਾਮ ਸੀ ਉਸ ਰਾਜੇ ਦਾ। ਇਹ ਪੁਰਾਣਕ ਕਥਾ ਜਿਹੜੀ ਆ ਕਵੀ ਜੀ ਨੇ ਫਿਰ ਆਪਣੇ ਵੱਲੋਂ ਖੋਲ ਕੇ ਲਿਖ ਦਿੱਤੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸੰਖੇਪ 'ਚ ਉਹਨਾਂ ਨੂੰ ਦੱਸਤਾ ਵੀ ਬ੍ਰਹਦਰਥ ਰਾਜਾ ਹੋਇਆ, ਉਹਦਾ ਪੁੱਤਰ ਜਿਹੜਾ ਅੱਗੇ ਹੋਇਆ ਜਰਾਸੰਧ, ਉਹਨੇ ਇੱਥੇ ਰਾਜ ਬੜਾ ਕੀਤਾ ਤੇ ਬਹੁਤ ਵੱਡਾ ਸ਼ਹਿਰ ਵਸਾਇਆ ਤੇ ਜਿਹਨੂੰ ਭੀਮ ਨੇ ਮਾਰਿਆ ਸੀ। ਸਤਿਗੁਰੂ ਸਾਹਿਬ ਨੇ ਸੰਖੇਪ 'ਚ ਇਹ ਸਾਖੀ ਕਹਿ ਦਿੱਤੀ ਸਾਰੀ ਸੰਗਤ ਦੇ ਦੱਸਣ ਵਾਸਤੇ ਵੀ ਜਰਾਸੰਧ ਇੱਥੋਂ ਵੱਡਾ ਰਾਜਾ ਹੋਇਆ। ਉਸ ਸਾਖੀ ਨੂੰ ਕਵੀ ਜੀ ਨੇ ਆਪਣੇ ਵੱਲੋਂ ਫਿਰ ਖੋਲ ਕੇ ਸਾਰਾ ਦੱਸਿਆ, ਜਿਵੇਂ ਉਹ ਪੁਰਾਣਕ ਕਥਾ ਆਉਂਦੀ ਆ, ਉਹ ਸੁਣਾਉਣ ਲੱਗੇ ਹੋਏ ਜਰਾਸੰਧ ਦੇ ਜਨਮ ਦਾ ਹਾਲ ਸਾਰਾ ਦੱਸਦੇ ਨੇ। ਕਹਿੰਦੇ ਵੀ ਬ੍ਰਹਦਰਥ ਜਿਹੜਾ ਨਾਮ ਦਾ ਰਾਜਾ ਹੋਇਆ ਇੱਥੇ। ਤੀਨ ਸੋਹਣੀ ਸੈਨਪਤ। 3 ਖੂਣੀ ਫੌਜ ਦਾ ਉਹ ਮਾਲਕ ਸੀ। ਖੂਣੀਆਂ ਜਿਵੇਂ ਹੁਣ ਗਿਣਤੀ ਕਰਦੇ ਨੇ ਲੱਖਾਂ ਨਾਲ ਹਜ਼ਾਰਾਂ ਨਾਲ, ਪੁਰਾਣੇ ਸਮਿਆਂ 'ਚ ਖੂਣੀਆਂ ਦੇ ਨਾਲ ਕੁਹਣੀ ਕਹਿ ਦਿੰਦੇ ਜਾਂ ਖੂਣੀ ਕਹਿ ਦਿੰਦੇ ਸਨ। ਫੌਜ ਦੀ ਗਿਣਤੀ ਕੀਤਿਆਂ ਉਹ ਇਉਂ ਗਿਣਦੇ ਹੁੰਦੇ ਸਨ ਵੀ ਜਿਵੇਂ ਕੋਈ ਰਾਹ ਪੁਰਾਣੇ ਕੱਚੇ ਹੁੰਦੇ ਸਨ, ਕਿਸੇ ਰਸਤੇ ਦੇ ਲਾਗੇ ਡੂੰਘੀ ਖੂਹੀ ਪੱਟੀ ਹੋਵੇ, ਉੱਥੋਂ ਦੀ ਫੌਜ ਲੰਘਦੀ ਜਾਵੇ, ਉਹਨਾਂ ਦੇ ਪੈਰਾਂ ਨਾਲ ਜਿੰਨਾ ਘੱਟਾ ਮਿੱਟੀ ਉੱਡੇ ਤੇ ਜਿੰਨੀਆਂ ਖੂਹੀਆਂ ਭਰ ਜਾਣ, ਉਹ ਓਨੀ ਖੂਹਣੀ ਫੌਜ ਦੀ ਗਿਣਤੀ ਕਰਨ ਦਾ ਇੱਕ ਢੰਗ ਸੀ ਉਹਨਾਂ ਦਾ। ਤੇ ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ 3 ਖੂਣੀਆਂ ਫੌਜ ਜੋ ਹੈ ਉਹ ਬ੍ਰਹਦਰਥ ਰਾਜੇ ਦੇ ਨਾਲ ਰਹਿੰਦੀ ਸੀ। ਅਤ ਸੂਰੋ ਬਲ ਧਾਨ। ਮਹਾਰਾਜ ਕਹਿੰਦੇ ਬੜਾ ਵੱਡਾ ਸੂਰਮਾ ਸੀ, ਸੂਰਮਤਾਈ ਦਾ ਅਧਿਕਾਰੀ ਸੀ ਇਹ ਬ੍ਰਹਦਰਥ ਰਾਜਾ। ਚੌਪਈ ਇੰਦਰ ਸਮਾਨ ਮਹਾਬਲ। ਜਿਵੇਂ ਇੰਦਰ ਵੱਡਾ ਰਾਜਾ ਮੰਨਿਆ, ਉਹਦੇ ਵਰਗਾ ਬੜਾ ਸੂਰਮਾ ਸੀ ਇਹ ਬ੍ਰਹਦਰਥ। ਸਗਲ ਭਾਂਤ ਐਸ਼ਵਰਜੇ ਪੂਰਾ। ਹਰ ਇੱਕ ਤਰ੍ਹਾਂ ਕਰਕੇ ਐਸ਼ਵਰਜ ਵਿੱਚ, ਸ਼ਾਹੀ ਠਾਠ ਦੀਆਂ ਵਸਤੂਆਂ ਵਿੱਚ ਪੂਰਨ ਸੀ, ਕੋਈ ਕਮੀ ਨਹੀਂ ਸੀ ਘਰ ਵਿੱਚ। ਰਸ਼ਾ ਕਰਤ ਦੇਸ਼ ਤਿਸ ਦੋਏ। ਹਾਂ, ਆਪਣੇ ਦੇਸ਼ ਦੀ ਕਹਿੰਦੇ ਵੀ ਰਸ਼ਾ ਕਰਤ ਦੇਸ਼ ਇਸ ਘੇਰੀ, ਆਪਣੇ ਇਸ ਦੇਸ਼ ਦੀ ਹਰ ਤਰ੍ਹਾਂ ਕਰਕੇ ਪ੍ਰਜਾ ਦੀ ਰੱਖਿਆ ਕਰਦਾ ਦੁਸ਼ਮਣਾਂ ਤੋਂ। ਸਭ ਮਾਨੇ ਜਿਹੇ
ਆਨ ਤੇ ਬਡੇਰੇ ਸਭ ਲੋਕ ਜਿਸ ਦੀ ਆਨ ਮੰਨਦੇ, ਉਹਦੇ ਹੁਕਮ ਵਿੱਚ ਆਗਿਆ ਵਿੱਚ ਰਹਿੰਦੇ ਇਸ ਦੇਸ਼ ਦੇ ਲੋਕ। ਕਾਂਸ਼ੀ ਦ੍ਰਿਪ ਕੀ ਤਨਿਆ ਦੋਏ ਜਦੋਂ ਵਿਆਹਣ ਯੋਗ ਹੋਇਆ ਤਾਂ ਕਾਂਸ਼ੀ ਦਾ ਜਿਹੜਾ ਰਾਜਾ ਸੀ, ਉਹਦੀਆਂ 2 ਵਿਆਹਣ ਯੋਗ ਬੱਚੀਆਂ ਸਨ। ਤਿਨ ਕੋ ਵਿਆਹਾਨ ਘਰ ਉਹਨਾਂ ਸੋਏ ਦੋਵਾਂ ਨੂੰ ਹੀ ਵਿਆਹ ਕੇ ਆਪਣੇ ਘਰ ਦੇ ਵਿੱਚ ਲੈ ਆਇਆ। ਚਿਰੰਕਾਲ ਤਿਸ ਕੋ ਥਿਤ ਕਹਿੰਦੇ ਗਏ ਬੜਾ ਲੰਮਾ ਸਮਾਂ ਵਿਆਹ ਨੂੰ ਬਤੀਤ ਹੋ ਗਿਆ। ਜਦੋਂ ਪੁੱਤਰ ਨਹੀਂ ਘਰ ਦ੍ਰਿਪ ਕੇ ਭਏ ਕੋਈ ਧੀ ਪੁੱਤਰ ਕੋਈ ਸੰਤਾਨ ਨਹੀਂ ਇਸ ਬ੍ਰਿਹਦਰਥ ਰਾਜੇ ਦੇ ਘਰ ਵਿੱਚ ਹੋਈ। ਜਗ ਅਨੇਕ ਸਿਜਨ ਛੰਦਨ ਕੀਨੇ ਉਹ ਦੁਆਪਰ ਯੁੱਗ ਦੇ ਸਮੇਂ ਵਿੱਚ ਲੋਕ ਜੱਗ ਕਰਦੇ ਹੁੰਦੇ ਸਨ। ਰਾਜੇ ਨੇ ਜੱਗ ਵੀ ਬੜੇ ਕੀਤੇ, ਸੁਦਰਸ਼ਨਾਂ ਦੇ ਸਹਿਤ, ਭਾਵ ਕਿ ਜੱਗ ਵੀ ਕਰਾਏ, ਬ੍ਰਾਹਮਣਾਂ ਕੋਲ ਦੇ ਦਾਨ ਵੀ ਬਹੁਤਾ ਦਿੱਤਾ ਜੋ ਨਾ ਮੰਗਿਆ। ਅਪਰ ਉਪਾਏ ਭੂਪ ਕਰ ਲੀਨੇ ਹੋਰ ਵੀ ਜਿੰਨੇ ਉਪਾਅ ਕਹੇ ਕਿਸੇ ਨੇ, ਉਹ ਸਾਰੇ ਹੀ ਰਾਜੇ ਨੇ ਕਰ ਲਏ। ਤਉ ਨ ਸੁਤ ਉਪਜਿਓ ਸੁਖਦਾਏ ਪਰ ਫੇਰ ਵੀ ਕਹਿੰਦੇ ਵੀ ਅੱਗੇ ਬੰਸ ਨਹੀਂ ਵਧੀ, ਪੁੱਤਰ ਨਹੀਂ ਪੈਦਾ ਹੋਇਆ ਜਿਹਦੇ ਕਰਕੇ ਨੂੰ ਸੁਖ ਮਿਲੇ। ਚਿੰਤਾ ਤੁਰ ਹੋਵਤ ਪਛਤਾਏ ਬੜਾ ਚਿੰਤਾ ਵਿੱਚ ਪਛਤਾਉਂਦਾ ਰਹਿੰਦਾ ਹੈ ਬ੍ਰਿਹਦਰਥ ਰਾਜਾ ਵੀ ਮੇਰਾ ਰਾਜ ਭਾਗ ਕੌਣ ਸੰਭੂਗਾ ਜੇ ਪੁੱਤਰ ਨਾ ਹੋਇਆ ਤਾਂ। ਚੰਦਰਕ ਨਾਮ ਰਿਖੀਸ਼ੁਰ ਏਕ ਉਸ ਵੇਲੇ ਇਹਨੂੰ ਇੱਕ ਮਹਾਤਮਾ ਦਾ ਪਤਾ ਲੱਗਾ, ਉਹਦਾ ਨਾਂ ਚੰਦਰਮਕ ਰਿਖੀ ਸੀ। ਰਿਖੀਆਂ ਦੇ ਵਿੱਚੋਂ ਮਾਨੋ ਸ੍ਰੇਸ਼ਟ ਮਹਾਤਮਾ ਸੀ ਉਹ। ਇਸਕੇ ਗੁਣ ਸੁਨ ਸ਼੍ਰੋਣ ਅਨੇਕ ਉਹਦੇ ਗੁਣ ਸੁਣੇ ਇਹਨੇ ਕੰਨਾਂ ਵਿੱਚ, ਵੀ ਉਹ ਜੋ ਕਹਿ ਦਵੇ ਉਹਦਾ ਵਚਨ ਪੂਰਾ ਹੋ ਜਾਂਦਾ। ਬ੍ਰਿਹਦਰਥ ਰਾਜੇ ਨੂੰ ਚੰਦਰਕ ਰਿਖੀ ਦੇ ਬਾਰੇ ਪਤਾ ਲੱਗਾ, ਕੰਨਾਂ ਵਿੱਚ ਸੁਣਿਆ ਇਹਨੇ ਉਹਦੀ ਮਹਿਮਾ ਦੇ ਤਾਈ। ਲੈ ਆਪਣੇ ਸੰਗ ਦੋਨੋਂ ਰਾਨੀ ਇਹ ਫਿਰ ਕੀ ਸੀ, ਚੱਲ ਕੇ ਆਪਣੇ ਦੇਸ਼ ਤੋਂ ਦੋਵੇਂ ਰਾਣੀਆਂ ਜਿਹੜੀਆਂ ਸਨ ਉਹਨਾਂ ਨੂੰ ਆਪਣੇ ਨਾਲ ਲੈ ਕੇ ਬ੍ਰਿਹਦਰਥ ਰਾਜਾ ਨਿਰਪਤ ਜਾਇ ਤੇ ਸੇਵਾ ਠਾਨੀ ਆ ਰਾਜੇ ਨੇ ਜਾ ਕੇ ਉਸ ਚੰਦਰਕ ਰਿਖੀ ਦੀ ਸੇਵਾ ਕੀਤੀ ਆਪਣੀਆਂ ਪਤਨੀਆਂ ਘਰ ਵਾਲੀਆਂ ਦੇ ਸਮੇਤ। ਬ੍ਰਿਸ਼ ਅੰਬ ਕੋ ਤੇ ਥਲ ਖਰਿਓ ਆ ਉੱਥੇ ਬਹੁਤ ਵੱਡਾ ਇੱਕ ਅੰਬ ਦਾ ਦਰਖਤ ਖਲੋਤਾ ਹੋਇਆ ਸੀ। ਕਰੇ ਰਿਖੀਸ਼ੁਰ ਨੇ ਤਪ ਕਰਿਓ ਉਸ ਅੰਬ ਦੇ ਦਰਖਤ ਦੇ ਹੇਠਾਂ ਹੀ ਇਹ ਚੰਦਰਕ ਰਿਖੀ ਬਹੁਤ ਤਪੱਸਿਆ ਕਰਦਾ, ਬਹੁਤ ਉਸ ਸਮੇਂ ਦੀ ਮਰਿਆਦਾ ਨਾਲ ਤਪ ਸਾਧਦਾ। ਅਨੇਕ ਭਾਂਤ ਕੇ ਤਪ ਕੋ ਤਪਤ ਅਨੇਕਾਂ ਤਰ੍ਹਾਂ ਦੇ ਜੋ ਵੀ ਪੁਰਾਣਾ ਨੇ ਤਪ ਸਾਧਣ ਦੇ ਕਹੇ ਸਨ, ਉਹ ਸਾਰੇ ਹੀ ਯਤਨਾਂ ਨਾਲ ਤਪ ਸਾਧਦਾ, ਬੰਦਗੀ ਕਰਦਾ ਹੈ। ਸੁਧ ਸ਼੍ਰੀ ਪ੍ਰਭ ਕੋ ਜਪਤ ਕਹਿੰਦੇ ਹਿਰਦਾ ਸ਼ੁੱਧ ਹੈ, ਇਹਦਾ ਕੋਈ ਵਲਸ਼ਲ ਨਹੀਂ ਹੈ ਚੰਦਰਕ ਰਿਖੀ ਦੇ ਅੰਦਰ, ਤੇ ਪ੍ਰਭੂ ਪਰਮੇਸ਼ਰ ਜੀ ਨੂੰ ਭਗਵਾਨ ਦੇ ਨਾਮ ਨੂੰ ਜਪਦਾ ਰਹਿੰਦਾ ਸਦਾ। ਕੇਤਕ ਦਿਨ ਜਬ ਸੇਵਾ ਠਾਨੀ ਇਹ ਕਈ ਦਿਨ ਜਦੋਂ ਇਸ ਰਾਜੇ ਬ੍ਰਿਹਦਰਥ ਨੇ ਉਸ ਚੰਦਰਕ ਰਿਖੀ ਮਹਾਤਮਾ ਦੀ ਸੇਵਾ ਕੀਤੀ ਆਪ, ਕਿਰਪਾ ਦ੍ਰਿਸ਼ਟ ਦੇਖੀ ਮੁਖ ਗਿਆਨੀ ਉਸ ਵੇਲੇ ਜਿਹੜਾ ਮਨ ਗਿਆਨੀ ਗਿਆਨਵਾਨ ਜਿਹੜਾ ਮੁਨੀ ਮਹਾਤਮਾ ਸੀ, ਉਹਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਰਾਜੇ ਵੱਲ ਵੇਖਿਆ। ਕਿਸੇ ਅੰਬ ਕੇ ਫਲ ਕੋ ਦੀ ਆਏ ਨੂੰ ਪੁੱਛਿਆ ਵੀ ਕੀ ਤੇਰੀ ਭਾਵਨਾ ਸੇਵਾ ਕਰਨ ਦੀ? ਨੇ ਕਿਹਾ ਵੀ ਮੇਰੀ ਬੰਸ ਵਧੇ। ਉਸ ਵੇਲੇ ਕਿਰਪਾ ਤਾਂ ਮਹਾਤਮਾ ਨੇ ਕਰਨੀ ਸੀ, ਬਹਾਨਾ ਜਿਹਾ ਬਣਾਉਣ ਲਈ ਉਸੇ ਹੀ ਅੰਬ ਦੇ ਬੂਟੇ ਤੋਂ ਇੱਕ ਅੰਬ ਦਾ ਫਲ ਲਾ ਕੇ ਦੇ ਦਿੱਤਾ। ਪੁੱਤਰ ਬਲੀ ਹੋਏ ਸੂਰ ਦੀ ਇਹ ਵਰ ਦੇ ਦਿੱਤਾ ਵੀ ਰਾਜਾ ਤੂੰ ਸੇਵਾ ਜਿਸ ਭਾਵਨਾ ਕੀਤੀ, ਤੇਰੀ ਸੇਵਾ ਤੇ ਖੁਸ਼ ਹੈ। ਤੇਰੇ ਘਰ ਦੇ ਵਿੱਚ ਕਹਿੰਦੇ ਵੀ ਬਹੁਤ ਹੀ ਬਲੀ ਸੂਰਮਾ ਪੁੱਤਰ ਪੈਦਾ ਹੋਵੇਗਾ। ਪੁੱਤਰ ਬਲੀ ਹੋਏ ਸੂਰ ਅਧੀਨ, ਜਿਹੜਾ ਕਿਸੇ ਦੀ ਵੀ ਈਣ ਨਹੀਂ ਮੰਨੇਗਾ ਸਾਰੀ ਉਮਰ। ਦੇ ਹਰ ਖਿਓ ਰਾਜਾ ਬੁੱਧਵਾਨ ਇਹ ਵਰ ਲੈ ਕੇ ਅੰਬ ਦਾ ਫਲ ਲੈ ਕੇ ਸਿਆਣਾ ਰਾਜਾ ਜਿਹੜਾ ਸੀ ਬ੍ਰਿਹਦਰਥ ਬੜਾ ਖੁਸ਼ ਹੋਇਆ। ਕਰਨੇ ਜਗਮਨਿਓ ਬੰਧਨ ਠਾਨ ਤੇ ਉਸ ਵੇਲੇ ਮਹਾਤਮਾ ਨੂੰ ਨਮਸਕਾਰ ਕਰਕੇ ਆਪਣੇ ਘਰ ਨੂੰ, ਆਪਣੇ ਮਗਧ ਦੇਸ਼ ਨੂੰ, ਪਟਨੇ ਸ਼ਹਿਰ ਨੂੰ ਚਲਾ ਗਿਆ। ਦੋਇਦਾਰਾ ਪਿਆਰੀ ਸਮਝਨ ਹੁਣ ਘਰੇ ਜਾ ਕੇ ਦੋ ਚਿੱਤੀ ਹੋ ਗਈ ਵੀ ਇਹ ਫਲ ਕਿਹਨੂੰ ਦਵਾਂ। ਫਲ ਇੱਕ ਹੈ ਤੇ ਇਸਤਰੀਆਂ ਦੋਵੇਂ ਜਿਹੜੀਆਂ ਹਨ ਮੇਰੀਆਂ, ਇਹ ਬਹੁਤ ਹੀ ਸਿਆਣੀਆਂ ਪਿਆਰੀਆਂ ਹਨ, ਇੱਕੋ ਜੀਆਂ ਮੈਂ ਇਹਨਾਂ ਨੂੰ ਜਾਣਦਾ ਹਾਂ। ਕਿਸ ਕੋ ਦਿਓ ਚਿਤਮਨੋ ਠਨ ਇਸ ਕਰਕੇ ਜਦੋਂ ਦੋਵੇਂ ਜਿਹੜੀਆਂ ਮੈਨੂੰ ਇੱਕੋ ਜੀਆਂ ਹੀ ਸਤਿਕਾਰਯੋਗ ਤੇ ਆਦਰ ਦਿੰਦੀਆਂ ਨੇ,
ਤੇ ਇਹਨਾਂ ਵਿੱਚੋਂ ਮੈਂ ਕਿਹਨੂੰ ਫਲ ਖਾਣ ਵਾਸਤੇ ਦਵਾਂ, ਕਿਹਦੀ ਕੁੱਖ ਤੋਂ ਸੰਤਾਨ ਪੈਦਾ ਹੋਵੇ। ਇਕ ਦੁਖ ਪਾਵੇ ਇਕ ਹਰ ਖਾਏ। ਕਿਉਂਕਿ ਜੇ ਮੈਂ ਇੱਕ ਨੂੰ ਦੇ ਦਿੱਤਾ ਤਾਂ ਉਹਦੇ ਘਰੇ ਸੰਤਾਨ ਹੋਊਗੀ, ਦੂਜੀ ਦੁੱਖ ਪਾਊਗੀ। ਸੰਤਾਨ ਬਿਨਾ ਜੋ ਔਰਤ ਹੈ ਦੁਖੀ ਹੁੰਦੀ ਹੈ। ਬਦਨ ਹੈ ਮੇਰੇ ਮਨ ਆਏ। ਇਸ ਕਰਕੇ ਮੇਰੇ ਮਨ ਵਿੱਚ ਇਹ ਗੱਲ ਤਾਂ ਨਹੀਂ ਆਉਂਦੀ ਵੀ ਉਹਨਾਂ ਦੋਵਾਂ ਚੋਂ ਕਿਸੇ ਇੱਕ ਨੂੰ ਫਲ ਦੇ ਦਿਆਂ ਤੇ ਇੱਕ ਨੂੰ ਰਹਿਣ ਦਿਆਂ। ਗੁਣ ਸਰੂਪ ਮੈਂ ਦੋ ਸਮਾਨ। ਕਿਉਂਕਿ ਦੋਵੇਂ ਭੈਣਾਂ ਨੇ ਗੁਣਾ ਵਿੱਚ ਸਰੂਪ ਵਿੱਚ ਦੋਵੇਂ ਇੱਕੋ ਜੀਆਂ ਹਨ। ਮੋਹ ਮਹਿ ਪੀਤ ਕਰੈ ਸਮ ਜਾਨ। ਤੇ ਮੇਰੇ ਨਾਲ ਪ੍ਰੀਤ ਮੇਰਾ ਸਤਕਾਰ ਸੇਵਾ ਵੀ ਦੋਵੇਂ ਇੱਕੋ ਜਿਹਾ ਹੀ ਕਰਦੀਆਂ ਹਨ। ਬਹੁਤ ਕਾਲ ਚਿਤਵਿਓ ਮਨ ਮਾਹੀ। ਹਾਂ, ਬੜਾ ਸਮਾਂ ਕਹਿੰਦੇ ਐਵੇਂ ਰਾਜਾ ਸੋਚਦਾ ਰਿਹਾ ਵੀ ਬੜੀ ਮੁਸ਼ਕਲ ਬਣ ਗਈ, ਕਿਹੜੀ ਰਾਣੀ ਨੂੰ ਫਲ ਦੇਵਾਂ। ਇਕ ਕੋ ਦੇਨ ਰੁਚੈ ਚਿਤ ਨਾਹੀ। ਆਪਣੇ ਚਿੱਤ ਵਿੱਚ ਇੱਕ ਰਾਣੀ ਨੂੰ ਫਲ ਦੇਣ ਦੀ ਰੁਚੀ ਆਈ ਨਹੀਂ। ਕਹਿੰਦਾ ਮੈਂ ਵਿਤਕਰਾ ਨਹੀਂ ਕਰਨਾ ਦੋਵਾਂ ਵਿੱਚ। ਪਰਦੁ ਖੰਡ ਕਰਕੇ ਕਰ ਲਈ। ਇਹਨੇ ਕੀ ਕੀਤਾ, ਉਹ ਫਲ ਦੇ ਦੋ ਹਿੱਸੇ ਕਰ ਲਏ। ਦੋ ਨਾਰੀ ਪਿਆਰੀ ਕੋ ਦੀਨਾ। ਦੋਵੇਂ ਜੋ ਇਸਤਰੀਆਂ ਸਨ ਉਹਨਾਂ ਨੂੰ ਪਿਆਰੀਆਂ ਜਾਣ ਕੇ ਅੱਧਾ ਅੱਧਾ ਫਲ ਖਾਣ ਵਾਸਤੇ ਦੇ ਦਿੱਤਾ। ਹੋਏ ਪ੍ਰਸੰਨ ਦੋਨੋਂ ਫਲ ਲਹਿਓ। ਤੇ ਖੁਸ਼ ਹੋ ਕੇ ਦੋਵੇਂ ਹੀ ਭੈਣਾਂ ਨੇ ਰਾਜੇ ਦੀਆਂ ਰਾਣੀਆਂ ਨੇ ਖਾਣ ਲਈ ਫਲ ਲੈ ਲਿਆ ਹੱਥਾਂ ਵਿੱਚ। ਖਾਏ ਕਿਤਕ ਦਿਨ ਨਾ ਗਰਭ ਪਾਇਓ। ਜਦੋਂ ਉਹਨਾਂ ਫਲ ਖਾਧਾ, ਮਹਾਤਮਾ ਦੀ ਤਪ ਦੀ ਕਿਰਪਾ ਸੀ, ਉਸ ਦੀ ਬੰਦਗੀ ਦਾ ਹੀ ਸਦਕਾ ਹੋਣਾ ਸੀ। ਫਲ ਤਾਂ ਕੀ ਇੱਕ ਬਹਾਨਾ ਸੀ। ਤੇ ਕਿੰਨੇ ਕੁ ਦਿਨ ਜਦੋਂ ਲੰਘੇ ਤਾਂ ਦੋਵਾਂ ਹੀ ਰਾਣੀਆਂ ਨੇ ਗਰਭ ਧਾਰਨ ਕਰ ਲਿਆ। ਭੂਪਤ ਕੇ ਮਨ ਹਰਖੋ ਪਾਵਾ। ਰਾਜਾ ਬੜਾ ਖੁਸ਼ ਹੋਇਆ ਵੀ ਮੇਰੀ ਬੰਸ ਵਧੇਗੀ, ਫਲ ਲੱਗੇਗਾ ਕੁਲ ਵਿੱਚ। ਗਰਭਵਤੀ ਦੇਖਤ ਸੁਖ ਪਾਵਾ। ਆਪਣੀਆਂ ਰਾਣੀਆਂ ਨੂੰ ਗਰਭ ਧਾਰਿਆਂ ਵੇਖ ਕੇ ਬੜਾ ਸੁਖੀ ਹੋਇਆ ਰਾਜਾ ਬ੍ਰਿਹਦਰਥ। ਅਵਧ ਗਰਭ ਜਬ ਪੂਰਨ ਭਈ। ਹਾਂ, ਇਸ ਤਰ੍ਹਾਂ ਜਦੋਂ ਕਹਿੰਦੇ ਜੋ ਸਮਾਂ ਸੀ ਉਹ ਪੂਰਾ ਹੋਇਆ ਹੈ, ਪ੍ਰਸੂਤਾ ਭਾਵ ਹੋਣ ਦਾ ਸਮਾਂ ਜਦੋਂ ਨੇੜੇ ਆਇਆ। ਜਨਮੇ ਪੁੱਤਰ ਦੋਹਨ ਗਤ ਨਈ। ਦੋਵਾਂ ਹੀ ਰਾਣੀਆਂ ਨੂੰ ਕਹਿੰਦੇ ਵੀ ਪੁੱਤਰ ਜਨਮੇ, ਪਰ ਨਵੀਂ ਹੀ ਗਤ ਵੇਖੀ ਜਦੋਂ ਪੁੱਤਰ ਪੈਦਾ ਹੋਏ। ਅਰਧ ਅਰਧ ਜਨਮੇ ਤਨ ਦੋਏ। ਉਹ ਇਸ ਤਰ੍ਹਾਂ ਹੋਈ ਗਤ ਵੀ ਅੱਧੇ ਅੱਧੇ ਸਰੀਰ ਦੇ ਪੁੱਤਰ ਜਨਮੇ ਹਨ। ਇੱਕ ਹੱਥ, ਇੱਕ ਲੱਤ, ਇੱਕ ਬਾਹ, ਇਸ ਤਰ੍ਹਾਂ ਅੱਧਾ ਮੂੰਹ ਅੱਧਾ ਨੱਕ, ਇਸ ਤਰ੍ਹਾਂ ਦਾ ਕਹਿੰਦੇ ਸਰੂਪ ਜਨਮਿਆ। ਉਹ ਜਿਵੇਂ ਫਲ ਅੱਧਾ ਕਰ ਦਿੱਤਾ ਸੀ ਨਾ ਮਹਾਤਮਾ ਨੇ, ਉਹ ਕਿਰਪਾ ਕੀਤੀ ਸੀ ਫਲ ਦੇ ਰਾਹੀਂ। ਕਿਰਪਾ ਦੇ ਮਹਾਤਮਾ ਦੇ ਸਿਮਰਨ ਦੀ ਹੋਈ ਹੈ। ਇਹ ਕੋਈ ਫਲ ਆਦਿਕ ਜਿਹੜਾ ਹੈ ਇਹਦੀ ਕੋਈ ਕਿਰਪਾ ਨਹੀਂ ਹੁੰਦੀ। ਇੱਕ ਤਾਂ ਇਹ ਧਰਾਸ ਜੀ ਹੁੰਦੀ ਹੈ ਵੀ ਇਹ ਕੋਈ ਵਸਤੂ ਕੁਝ ਨਾ ਕੁਝ ਮੰਗਦਾ ਜੀ ਸਾਨੂੰ ਕੁਝ ਦਿਓ, ਉਹ ਮਹਾਂਪੁਰਖ ਫਲ ਦੇ ਦਿੰਦੇ ਹਨ। ਤੇ ਇਸ ਤਰ੍ਹਾਂ ਜਦੋਂ ਕਹਿੰਦੇ ਵੀ ਪੁੱਤਰ ਦੇ ਦੋਵਾਂ ਰਾਣੀਆਂ ਦੇ ਹੋਏ, ਪਰ ਅੱਧਾ ਅੱਧਾ ਸਰੀਰ ਜਦੋਂ ਵੇਖਿਆ ਵੀ ਨਵੀਂ ਹੀ ਗੱਤ ਹੈ, ਅੱਧਾ ਅੱਧਾ ਤਨ ਹੈ ਸਰੀਰ ਦਾ। ਨਿਰਖਤ ਨਾਰ ਬਿਸਮ ਰਹੀ ਹੋਏ। ਵੇਖ ਕਰਕੇ ਜਿਹੜੀਆਂ ਇਸਤਰੀਆਂ ਦਾਈ ਹੋਰ ਸਿਆਣੀਆਂ ਜੋ ਸਨ ਉਹ ਸਾਰੀਆਂ ਬੜੀਆਂ ਹੈਰਾਨ ਹੋ ਗਈਆਂ। ਕਾਕੋ ਜਾਣਿਓ ਪਾਉਤ ਪਾਤ। ਉਹਨਾਂ ਨੇ ਜਾਣਿਆ ਵੀ ਇਹ ਵੱਡਾ ਕੋਈ ਉਪਦਰਵ ਹੋਇਆ ਹੈ। ਇਦਾਂ ਕਦੀ ਹੋਇਆ ਇਹਦੇ ਬਹੁਤਾ ਕਹਿੰਦੇ ਵੀ ਮਾੜਾ ਹੀ ਕੋਈ ਕਰਮ ਹੋਇਆ ਜਿਹੜਾ ਅੱਧਾ ਅੱਧਾ ਸਰੀਰ ਜਨਮਿਆ ਹੈ। ਖੰਡ ਦੋਏ ਏਕੋ ਗਾਤ। ਕਹਿੰਦੇ ਵੀ ਹੈ ਖੰਡ, ਸਰੀਰ ਤਾਂ ਇੱਕ ਹੈ ਪਰ ਇੱਕੇ ਸਰੀਰ ਦੇ ਇਹ ਦੋ ਹਿੱਸੇ ਨੇ। ਦੋਵਾਂ ਰਾਣੀਆਂ ਨੇ ਵੱਖੋ ਵੱਖਰਾ ਜਨਮ ਦਿੱਤਾ ਏ। ਅੰਬਰ ਬਿਖਲ ਪੇਟਿਓ ਤਾਹੇ। ਉਹਨਾਂ ਨੇ ਕੋਈ ਬਲਾ ਜੀ ਜਾਣ ਕੇ ਵੀ ਇਹ ਕੋਈ ਉਪੱਦਰ ਵੀ ਹੈ। ਕੱਪੜੇ ਵਿੱਚ ਵੱਖੋ ਵੱਖਰਾ ਹੀ ਉਹਨਾਂ ਦੇ ਸਰੂਪ ਉਦਾਂ ਹੀ ਲਪੇਟ ਕਰਕੇ ਜੋ ਬੱਚੇ ਜਨਮੇ ਸਨ। ਜੇਰੋ ਵਹਿਰ ਬਿਲੋਕੋ ਨਾਹੀ। ਆਏ ਹੁਕਮ ਕਰ ਦਿੱਤਾ ਉਸ ਵੇਲੇ ਜੋ ਸਿਆਣੀਆਂ ਜੋ ਵੀ ਉਹਨਾਂ ਦੇ ਘਰ 'ਚ ਹੁਕਮ ਚਲਾਉਣ ਵਾਲੀਆਂ ਹੋਣਗੀਆਂ ਵੀ ਬਾਹਰ ਜਾ ਕਰਕੇ ਕੋਈ ਵੇਖੇ ਨਾ, ਤੇ ਜੰਗਲ ਦੇ ਵਿੱਚ ਕਿਤੇ ਬਾਹਰ ਸ਼ਹਿਰ ਤੋਂ ਇਹਨਾਂ ਨੂੰ ਸੁੱਟ ਆਓ, ਇਹਦੇ ਕੋਈ ਬਲਾਵਾਂ ਜੰਮ ਗਈਆਂ, ਇਹਦੇ ਬੜਾ ਉਪਦਰਵ ਭਾਰੀ ਹੋਵੇਗਾ। ਇਦਾਂ ਕਦੀ ਹੋਇਆ ਹੈ ਕਿ ਵੀ ਕਈ ਇੱਕੋ ਹੀ ਸਰੀਰ ਦੇ ਦੋ ਹਿੱਸੇ ਜਨਮ ਲੈਣ। ਗੇਰੋ ਵਹਿਰ ਬਿਲੋਕੋ ਨਾਹੀ। ਹਾਂ, ਕਹਿੰਦੇ ਵੀ ਬਾਹਰ ਸੁੱਟੋ ਕੋਈ ਤੁਹਾਨੂੰ ਵੇਖੇ ਨਾ ਸੁੱਟਦਿਆਂ ਹੋਇਆ। ਇਕ ਤੀਨੇ ਲੈ ਬਾਹਰ ਇਸ ਤਰ੍ਹਾਂ ਇੱਕ ਇਸਤਰੀ ਨੇ ਲੈ ਕਰਕੇ ਦੋਵੇਂ ਜਿਹੜੇ ਹਿੱਸੇ ਜਨਮ ਲਏ ਸਨ ਉਹ ਇੱਕ ਸਰੀਰ ਦੇ ਵੱਖੋ ਵੱਖਰੇ ਉਹ ਬਾਹਰ ਜੰਗਲ ਵਿੱਚ ਸੁੱਟ ਆਈ। ਜਹਾਂ ਰਾਖਸ਼ੀ ਗਿਰਤ ਨਿਹਾਰਿਓ। ਕਹਿੰਦੇ ਵੀ ਜਿੱਥੇ ਇਹਨੇ ਸੁੱਟਿਆ ਜਰਾ ਨਾਮ ਦੀ ਇੱਕ ਰਾਖਸ਼ਣੀ ਰਹਿੰਦੀ ਸੀ। ਜਰਾ ਉਹਦਾ ਨਾਮ ਸੀ ਤੇ ਰਾਖਸ਼ਣੀਆਂ ਹੀ ਲੋਕ ਕਹਿੰਦੇ ਸਨ, ਕਿਉਂਕਿ ਮਾਸ ਆਦਿਕ ਇਹ ਮਨੁੱਖਾਂ ਦਾ ਖਾਣ ਗਿੱਜੀ ਸੀ ਜਾਂ ਹੋਰ ਵੀ ਕਰਮ ਇਹਦੇ ਭੈੜੇ ਸਨ। ਤੇ ਜਰਾ ਨਾਮ ਦੀ ਇੱਕ ਰਾਖਸ਼ਣੀ ਉਹਨੇ ਵੇਖਿਆ ਜਦੋਂ ਉਹ ਦਾਈਆਂ ਗਈਆਂ ਸੁੱਟਣ ਵਾਸਤੇ
ਉਹ ਦੋ ਹਿੱਸੇ ਜਿਹੜੇ ਸਨ ਇੱਕ ਸਰੀਰ ਦੇ, ਜੋ ਦੋਵਾਂ ਰਾਣੀਆਂ ਤੋਂ ਜਨਮ ਹੋਇਆ ਤੇ ਉਹ ਸੁੱਟਦਿਆਂ ਹੋਇਆਂ ਉਸ ਰਾਣੀ ਜਰਾ ਰਾਖਸ਼ਣੀ ਨੇ ਵੇਖ ਲਿਆ ਗਈ ਸ਼ਿਗਰ ਭਖਿਆਨ ਕੇ ਕਾਰਨ। ਤੇ ਉਹ ਬੜੀ ਛੇਤੀ ਕੋਲ ਗਈ ਹੈ ਜਿੱਥੇ ਸਿੱਟ ਕਰਕੇ ਉਸ ਬੱਚੇ ਦੇ ਹਿੱਸੇ ਤੋਂ ਚਲੇ ਗਈ ਸੀ ਦਾਈ, ਤੇ ਉਹ ਤਾਂ ਮਾਸ ਖਾਣ ਵਾਸਤੇ ਨੇੜੇ ਆਈ ਹੈ ਵੀ ਚਲੋ ਮੇਰੀ ਅੱਜ ਦੀ ਖੁਰਾਕ ਪੂਰੀ ਹੋਵੇਗੀ। ਨਾਮਕ ਸ਼ਰੋਣਤ ਕਰਤ ਨਿਹਾਰ। ਕਿਉਂਕਿ ਇਹ ਲਹੂ ਪੀ ਕੇ ਤੇ ਮਾਸ ਖਾ ਕੇ ਹੀ ਆਪਣਾ ਗੁਜ਼ਾਰਾ ਕਰਦੀ ਸੀ। ਦੇਖਿਓ ਤੇ ਉਠਾਏ ਕੈ ਜਬੈ। ਤੇ ਜਦੋਂ ਜਾ ਕਰਕੇ ਇਹਨੇ ਵੇਖਿਆ ਕੱਪੜੇ ਵਿੱਚ ਵਲੇਟੇ ਹੋਏ ਹਨ, ਦੋ ਹਿੱਸੇ ਨੇ, ਦੇਖਿਓ ਤੇ ਉਠਾਏ ਜਬੈ। ਜਦੋਂ ਜਾ ਕਰਕੇ ਪਹਿਲਾਂ ਉਹਨੇ ਇੱਕ ਹਿੱਸਾ ਉਠਾ ਕਰਕੇ ਵੇਖਿਆ, ਅਚਰਜ ਭਾਈ ਨਈ ਗਤ ਸਬੈ। ਉਸ ਵੇਲੇ ਬੜੀ ਹੈਰਾਨ ਹੋਈ ਵੀ ਆਹ ਤਾਂ ਨਵੀਂ ਹੀ ਗਤ ਹੈ, ਨਵੀਂ ਹਾਲਤ, ਕਦੀ ਨਾ ਵੇਖਿਆ ਨਾ ਕਦੀ ਸੁਣਿਆ ਵੀ ਆਹ ਕਿਸੇ ਇੱਕ ਸਰੀਰ ਦਾ ਅੱਧਾ ਹਿੱਸਾ ਹੈ। ਫਿਰ ਉਹਨੇ ਦੂਸਰਾ ਵੀ ਜਿਹੜਾ ਕੱਪੜੇ ਦੇ ਵਿੱਚ ਲਪੇਟਿਆ ਹਿੱਸਾ ਉਹ ਵੀ ਜਦੋਂ ਵੇਖਿਆ, ਕੀ ਵੇਖਦੀ ਆ ਵੀ ਇਹ ਤਾਂ ਅੱਧੇ ਅੱਧੇ ਹਿੱਸੇ ਦੇ ਦੋ ਬੱਚੇ ਬਣੇ ਹਨ। ਬੜ ਬਲ ਸੋ ਗਹਿ ਭਾਰੀ ਭਾਰ। ਤੇ ਸਰੀਰ ਬੜਾ ਭਾਰਾ ਸੀ ਉਹ ਬੱਚਿਆਂ ਦਾ, ਕਹਿੰਦੇ ਬੜੇ ਬਲ ਦੇ ਨਾਲ ਇਹਨੇ ਦੋਵਾਂ ਨੂੰ ਪਕੜਨਾ ਕੀਤਾ। ਜੋਰਤ ਭਈ ਜਰਾ ਤਿਸ ਬਾਰ। ਉਸ ਵੇਲੇ ਜਦੋਂ ਇਹਨੇ ਵੇਖਿਆ ਵੀ ਅੱਧੇ ਅੱਧੇ ਹਿੱਸੇ ਨੇ, ਇਹਦਾ ਕੀ ਕਾਰਨ ਹੈ, ਜੋੜ ਕੇ ਤਾਂ ਵੇਖਾਂ। ਤੇ ਬਲ ਦੇ ਨਾਲ ਜਦੋਂ ਜਰਾ ਰਾਖਸ਼ਣੀ ਨੇ ਉਹ ਦੋਵੇਂ ਹਿੱਸੇ ਜੋੜਨਾ ਕੀਤੇ ਇਕੱਠੇ। ਏਕ ਨੈਣ ਕਰ ਪਦ ਇੱਕ ਕਾਣ। ਜਿਹੜਾ ਇੱਕ ਅੱਖ, ਇੱਕ ਹੱਥ, ਇੱਕ ਪੈਰ ਇੱਕ ਪਾਸੇ ਸੀ, ਏਦਾਂ ਹੀ ਇੱਕ ਅੱਖ, ਹੱਥ, ਪੈਰ ਦੂਸਰੇ ਪਾਸੇ ਸੀ। ਦੋ ਹਿੱਸੇ ਨੇ, ਦੋਵਾਂ ਰਾਣੀਆਂ ਨੇ ਜਨਮ ਦਿੱਤਾ। ਉਹ ਤਾਂ ਡਰਦਿਆਂ ਸੁੱਟ ਕੇ ਚਲੇ ਗਏ ਵੀ ਕੋਈ ਪੱਧਰ ਕੋਈ ਬਲਾ ਆ ਗਈ ਹੈ। ਤਾਂ ਜਰਾ ਰਾਖਸ਼ਣੀ ਖਾਣ ਦੇ ਲਾਲਚ ਨਾਲ ਗਈ। ਜਦੋਂ ਖਾਣ ਦੇ ਲਾਲਚ ਨਾਲ ਗਈ ਆ, ਦੋਵੇਂ ਹਿੱਸਿਆਂ ਨੂੰ ਜੋੜ ਕੇ ਵੇਖਣ ਲੱਗੀ ਵੀ ਮੈਂ ਵੇਖਾਂ ਵੀ ਇਹ ਇੱਕ ਮਨੁੱਖ ਪੂਰਾ ਬਣਦਾ, ਇਹ ਬੱਚੇ ਦਾ ਸਰੀਰ ਪੂਰਾ ਬਣਦਾ। ਜਦੋਂ ਉਹਨੇ ਜੋੜ ਕੇ ਵੇਖਣ ਲਈ ਨੇੜੇ ਕੀਤੇ, ਭਇਓ ਤੋ ਜੇ ਥਾਨ ਭਿਆਨ। ਜਿੱਥੇ ਬੜੇ ਭਿਆਨਕ ਥਾਂ ਦੇ ਵਿੱਚ ਦੋਵੇਂ ਹਿੱਸੇ ਉਸ ਬੱਚਿਆਂ ਦੇ ਪਏ ਹੋਏ ਸਨ। ਤੇ ਬਲ ਕਰ ਕੈ ਸੋ ਲਗਾਇਓ। ਜਦੋਂ ਬਲ ਕਰਕੇ ਦੋਵਾਂ ਨੂੰ ਚੁੱਕ ਕੇ ਤੇ ਆਪਸ ਵਿੱਚ ਜੋੜ ਕੇ ਵੇਖਿਆ ਸਰੀਰ ਦੇ ਦੋਵਾਂ ਹਿੱਸਿਆਂ ਨੂੰ, ਜੀਵਿਓ ਬਾਲਕ ਰੁਦਨ ਸੁਨਾਇਓ। ਤੇ ਕਹਿੰਦੇ ਪਤਾ ਨਹੀਂ ਐਸੀ ਕੀ ਖੇਡ ਵਰਤੀ ਪਰਮੇਸ਼ਰ ਦੀ ਵੀ ਉਹ ਦੋਵੇਂ ਹਿੱਸੇ ਆਪਸ ਵਿੱਚ ਜੁੜ ਗਏ ਤੇ ਬਾਲਕ ਦੇ ਵਿੱਚ ਜਾਨ ਪੈ ਗਈ। ਸ਼ਬਦ ਭਇਓ ਜਿਮ ਘਨ ਗਰਜੰਤਾ। ਇਸ ਤਰ੍ਹਾਂ ਕਹਿੰਦੇ ਆਵਾਜ਼ ਆਈ ਉਹਦੇ ਰੋਣ ਦੀ ਜਿਵੇਂ ਬੱਦਲ ਆਕਾਸ਼ ਦੇ ਵਿੱਚ ਗਰਜਦੇ ਹਨ। ਸਰੀਰ ਵਿੱਚ ਜਾਨ ਪੈ ਗਈ, ਦੋਵੇਂ ਹਿੱਸੇ ਜੁੜ ਗਏ, ਕਿਉਂਕਿ ਹੈ ਹੀ ਇੱਕ ਸੀ ਨਾ ਸਰੀਰ। ਉਹਦਾ ਮਹਾਂਪੁਰਖਾਂ ਦੇ ਬਚਨ ਤੋਂ ਅੱਗੇ ਲੰਘ ਗਿਆ ਰਾਜਾ ਬ੍ਰਿਹਦਰਥ, ਜਿਸ ਕਰਕੇ ਉਹਨੇ ਅੱਧਾ ਅੱਧਾ ਫਲ ਕਰਤਾ। ਉਹਨਾਂ ਵੀ ਫਿਰ ਵਾਰਤਾ ਪੂਰਾ ਹੋਣਾ ਸੀ, ਬੱਚਾ ਅੱਧਾ ਅੱਧਾ ਕਰਤਾ। ਉਹ ਹੁਣ ਜਦੋਂ ਜਰਾ ਰਾਖਸ਼ਣੀ ਨੇ ਦੋਵੇਂ ਹਿੱਸੇ ਜਿਹੜੇ ਸਨ ਇਕੱਠੇ ਕਰਕੇ ਵੇਖਣ ਲੱਗੀ ਹੈ ਵੀ ਵੇਖਾਂ ਮੈਂ ਬਾਲਕ ਬਣਦਾ, ਉਹ ਆਪਣੇ ਆਪ ਹੀ ਸਰੀਰ ਦੇ ਅੰਗ ਜੁੜ ਗਏ, ਉਹਦੇ ਵਿੱਚ ਜਾਨ ਪੈ ਗਈ ਤੇ ਬੱਚਾ ਰੋਣ ਲੱਗ ਪਿਆ। ਜਦੋਂ ਰੋਇਆ ਤਾਂ ਆਵਾਜ਼ ਐਵੇਂ ਆਈ ਜਿਵੇਂ ਬੱਦਲ ਗਰਜਿਆ ਹੋਵੇ। ਨਗਰ ਲੋਕ ਸੁਣ ਚਿੰਤ ਕਰੰਤਾ। ਜਦੋਂ ਨਗਰ ਦੇ ਲੋਕਾਂ ਨੇ ਸੁਣਿਆ ਸਾਰੇ ਚਿੰਤਾ ਕਰਨ ਲੱਗ ਪਏ ਵੀ ਆਹ ਕੀ ਸ਼ਬਦ, ਇੰਨਾ ਆਵਾਜ਼ ਉੱਚੀ ਰੋਣ ਦਾ ਤਾਂ ਕਦੀ ਸੁਣਿਆ ਨਹੀਂ ਕਿਸੇ ਦਾ। ਜਰਾ ਰਾਖਸ਼ੀ ਅਚਰਜ ਮਾਨੇ। ਉਹ ਜਰਾ ਰਾਖਸ਼ਣੀ ਨੇ ਵੀ ਬੜੀ ਹੈਰਾਨੀ ਮੰਨੀ ਹੈ ਵੀ ਇਹ ਕੀ ਨਵੀਂ ਖੇਡ ਬਣੀ। ਪਹਿਲਾਂ ਦੋ ਇੱਕੇ ਸਰੀਰ ਦੇ ਹਿੱਸੇ ਮੈਂ ਲਾਗੇ ਕਰਕੇ ਵੇਖੇ ਜੁੜ ਗਏ ਨੇ ਤੇ ਬਾਲਕ ਆਪਣੇ ਆਪ ਜਿਉਂਦਾ ਹੋ ਗਿਆ ਹੈ। ਭਈ ਚਿੱਤਰ ਸਮਤੋਸ਼ਨ ਠਾਨੇ। ਵੇਖ ਕਰਕੇ ਕਹਿੰਦੇ ਜਿਵੇਂ ਕੋਈ ਚਿੱਤਰ, ਕੋਈ ਤਸਵੀਰ ਇੱਕ ਥਾਂ ਤੇ ਖੇਲਦੀ ਨਹੀਂ ਨਾ, ਐਵੇਂ ਵੇਖ ਕੇ ਇੰਨੀ ਇਹ ਜਰਾ ਰਾਖਸ਼ਣੀ ਹੈਰਾਨ ਹੋਈ ਵੀ ਚੁੱਪ ਹੋ ਕੇ ਵੇਖੀ ਜਾ ਰਹੀ ਹੈ ਬੱਚੇ ਨੂੰ ਰੋਂਦੇ ਨੂੰ, ਤੇ ਇੱਕ ਤਸਵੀਰ ਦੇ ਵਾਂਗ ਇੱਕ ਥਾਂ ਤੇ ਅਹਿਲ ਖਲੋਤੀ ਰਹੀ। ਜਰਾ ਉਠਾਏ ਰਹੀ ਨਹਿ ਹਾਲਿਓ। ਫਿਰ ਕੁਝ ਸਮਾਂ ਪਾ ਕੇ ਉਸ ਬਾਲਕ ਨੂੰ ਜਰਾ ਰਾਖਸ਼ਣੀ ਚੁੱਕਣਾ ਚਾਹੁੰਦੀ ਆ ਵੀ ਮੈਨੂੰ ਇਹਨੂੰ ਤਾਂ ਚੁੱਕਾਂ, ਪਰ ਇਹਦੇ ਕੋਲ ਇੰਨਾ ਭਾਰਾ ਉਹ ਬਾਲਕ ਚੁੱਕਿਆ ਹੀ ਨਹੀਂ ਗਿਆ, ਹਿੱਲਿਆ ਹੀ ਨਹੀਂ ਗਿਆ ਥੋੜਾ ਜਿੰਨਾ ਵੀ। ਸਗਰੋ ਆਪਣੋ ਓਜ ਸੰਭਾਲਿਓ। ਸਾਰਾ ਹੀ ਇਸ ਜਰਾ ਰਾਖਸ਼ਣੀ ਨੇ ਆਪਣਾ ਬਲ ਲਾ ਕੇ ਵੇਖ ਲਿਆ,
ਪਰ ਉਹ ਬੱਚਾ ਜਿਹੜਾ ਜਿਉਂਦਾ ਹੋਇਆ ਚੁੱਕ ਨਾ ਸਕੀ। ਬਲੋ ਸ਼ਬਦ ਸੁਨ ਊਚਰੋ ਨੀਚ। ਉਧਰ ਹੁਣ ਬੱਚਾ ਰੋ ਰਿਹਾ, ਉੱਚੀ ਆਵਾਜ਼, ਸਾਰੇ ਸ਼ਹਿਰ ਵਿੱਚ ਉੱਚੇ ਨੀਵੇਂ ਅਮੀਰ ਗਰੀਬ ਸਾਰਿਆਂ ਨੇ ਜਦੋਂ ਸੁਣੀ ਆਵਾਜ਼, ਕਾਹੇ ਪਰਿਓ ਰੋਰ ਪੁਰ ਬੀਚ। ਜਿਹੜੇ ਪਾਸੇ ਰੋਣ ਦੀ ਆਵਾਜ਼ ਆ ਰਹੀ ਸੀ ਸਾਰੇ ਹੀ ਦੌੜ ਕਰਕੇ ਉਹਨੂੰ ਚਲੇ ਗਏ। ਨਗਰ ਵਿੱਚ ਰੌਲਾ ਪੈ ਗਿਆ ਵੀ ਆ ਇੰਨੀ ਉੱਚੀ ਉੱਚੀ ਕਿਹੜਾ ਬੱਚਾ ਚਾਂਗਰਾ ਮਾਰ ਰਿਹਾ ਹੈ। ਜਰਾ ਰਾਖਸ਼ੀ ਕੋ ਤਹ ਬਰਜ਼ੇ। ਜਦੋਂ ਉੱਥੇ ਆ ਕੇ ਉਹਨਾਂ ਵੇਖਿਆ ਵੀ ਬੱਚਾ ਕੋਈ ਧਰਤੀ ਤੇ ਪਿਆ ਰੋ ਰਿਹਾ ਹੈ ਤੇ ਜਰਾ ਰਾਖਸ਼ਣੀ ਚੁੱਕਣ ਦਾ ਯਤਨ ਕਰ ਰਹੀ ਹੈ, ਤੇ ਇਹਨਾਂ ਨੇ ਜਾਣਿਆ ਵੀ ਇਹ ਕਦੇ ਬੱਚੇ ਨੂੰ ਖਾ ਹੀ ਨਾ ਜਾਵੇ। ਆ ਕਰਕੇ ਸਾਰੇ ਲੋਕਾਂ ਵਰਜਣਾ ਕੀਤਾ, ਪਰਾਂ ਸਾਡੇ ਨੂੰ ਹੱਥ ਨਾ ਲਾਵੇਂ। ਨਿਰਮਕੇ ਭਟਨ ਕ੍ਰੋਧ ਕਰ ਤਰਜਿਓ। ਉਸ ਵੇਲੇ ਰਾਜੇ ਦੇ ਜਿਹੜੇ ਸਿਪਾਹੀ ਸਨ ਰੌਲਾ ਰੱਪਾ ਸੁਣ ਕੇ ਉਹ ਵੀ ਆ ਗਏ। ਬ੍ਰਿਧਰਥ ਰਾਜੇ ਦੇ ਜਿਹੜੇ ਸਿਪਾਹੀ ਨੇ ਉਹਨਾਂ ਨੇ ਵੀ ਕ੍ਰੋਧ ਕਰਕੇ ਜਰਾ ਰਾਖਸ਼ੀ ਨੂੰ ਵਰਜਣਾ ਕੀਤਾ, ਸ਼ਸਤਰ ਵਿਖਾਏ ਵੀ ਪਰਾਂ ਹਟ ਜਾ ਨਹੀਂ ਤੇ ਵੱਢ ਦਿਆਂਗੇ ਤੈਨੂੰ। ਲਿਓ ਉਠਾਏ ਬਹੁਤ ਨ ਮਿਲ ਕਰ। ਤੇ ਬਹੁਤੇ ਸਿਪਾਹੀਆਂ ਨੇ ਮਿਲ ਕੇ ਉਹ ਬੱਚਾ ਇੰਨਾ ਸਰੀਰ ਕਹਿੰਦੇ ਉਹਦਾ ਬਲੀ ਤੇ ਭਾਰਾ ਜਨਮ ਦੇ ਸਮੇਂ ਤੋਂ ਹੀ ਹੋ ਗਿਆ, ਜਦੋਂ ਜਾਨ ਪਈ ਉਹਦੇ ਸਰੀਰ ਵਿੱਚ ਵੀ ਕਿੰਨਿਆਂ ਨੇ ਮਿਲ ਕੇ ਚੁੱਕ ਲਿਆ। ਲੈ ਕਰ ਪਹੁੰਚੇ ਭੂਪਤ ਕੇ ਤੇ ਘਰ। ਚੁੱਕ ਕਰਕੇ ਜਿੱਥੇ ਬ੍ਰਿਧਰਥ ਰਾਜੇ ਦਾ ਘਰ ਹੈ, ਮਹਿਲ ਹੈ, ਉੱਥੇ ਪਹੁੰਚੇ ਰਾਜੇ ਦੇ ਕੋਲ। ਜਰਾ ਗਈ ਮਹਿਪਾਲਕ ਪਾਸ। ਜਰਾ ਰਾਖਸ਼ਣੀ ਨੂੰ ਵੀ ਨਾਲ ਹੀ ਫੜ ਕੇ ਲੈ ਗਏ, ਰਾਜੇ ਕੋਲ ਖੜਿਆ। ਰਾਜੇ ਨੇ ਪੁੱਛਿਆ ਵੀ ਤੂੰ ਇਸ ਬੱਚੇ ਨੂੰ ਕਿਉਂ, ਇਹ ਕੌਣ ਹੈ ਬੱਚਾ ਤੇ ਕਿਉਂ ਇਹਨੂੰ ਤੂੰ ਮਾਰਨ ਲੱਗੀ ਸਾਂ। ਇੰਦ੍ਰਿਪ ਤੁਮਰੇ ਪੁਰ ਮਮ ਵਾਸ। ਕਹਿਣ ਲੱਗੀ ਇਹ ਰਾਜਨ ਤੇਰੇ ਸ਼ਹਿਰ ਵਿੱਚ ਮੈਂ ਵਸਦੀ। ਉਹਨੇ ਇਹ ਵੀ ਪੁੱਛਿਆ ਤੂੰ ਕੌਣ ਹੈ ਤੇ ਕੀ ਕਰ ਰਹੀ ਸੀ ਬੱਚੇ ਨਾਲ, ਤੇ ਕਹਿਣ ਲੱਗੀ ਇਹ ਰਾਜਨ ਮੈਂ ਤੇਰੇ ਇਸ ਸ਼ਹਿਰ ਦੇ ਵਿੱਚ ਵਸਦੀ ਹਾਂ। ਜਾਂਤੇ ਬਾਲਕ ਮੈਂ ਲਖ ਪਾਵਾ। ਮੈਂ ਇਹਨੂੰ ਮਾਰਿਆ ਨਹੀਂ, ਹਾਲਾਂ ਮੈਂ ਤਾਂ ਜਦੋਂ ਜੰਗਲ ਵਿੱਚ ਜਿੱਥੇ ਬਾਹਰ ਆਪਣਾ ਮੇਰਾ ਥਾਂ ਟਿਕਾਣਾ ਹੈ, ਜਾਂ ਤੇ ਬਾਲਕ ਮੈਂ ਲਖ ਪਾਵਾ। ਕਹਿੰਦੇ ਵੀ ਮੈਨੂੰ ਪਤਾ ਲੱਗਾ ਵੀ ਕੋਈ ਆਈ ਹੈ ਔਰਤ ਤੇ ਦੋ ਕੱਪੜਿਆਂ ਦੇ ਵਿੱਚ ਲਪੇਟ ਕੇ ਕੁਝ ਸਿੱਟ ਗਈ ਹੈ। ਜਦੋਂ ਮੈਂ ਆ ਕੇ ਕੱਪੜੇ ਫਰੋਲੇ ਤਾਂ ਉਹ ਕਿਸੇ ਇੱਕ ਸਰੀਰ ਦੇ ਦੋ ਹਿੱਸੇ ਸਨ। ਜਦੋਂ ਇਹ ਗੱਲ ਮੈਂ ਵੇਖਣਾ ਕੀਤੀ ਹਾਲਤ, ਜੋੜ ਤੋਂ ਖੰਡ ਆਨ ਜੀ ਪਾਵਾ। ਉਹਨਾਂ ਦੋਵਾਂ ਨੂੰ ਮੈਂ ਜੋੜ ਕੇ ਵੇਖਿਆ ਵੀ ਲੱਗਦਾ ਤਾਂ ਇੱਕੋ ਸਰੀਰ ਹੈ। ਤੇ ਰਾਜਨ ਜਦੋਂ ਮੈਂ ਜੋੜਿਆ ਤਾਂ ਉਸੇ ਵੇਲੇ ਇਹਦੇ ਵਿੱਚ ਜਾਨ ਪੈ ਗਈ, ਸਰੀਰ ਵਿੱਚ ਅੰਗ ਆਪਣੇ ਆਪ ਹੀ ਇੱਕ ਦੂਜੇ ਦੇ ਨਾਲ ਜਿਹੜੇ ਸਨ ਇਕੱਠੇ ਹੋ ਕੇ ਮਿਲ ਗਏ। ਨਿਰਪਨੇ ਹੋਏ ਪ੍ਰਸੰਨ ਸੁਤ ਲੀਨ। ਤੇ ਰਾਜੇ ਨੂੰ ਸਾਰਾ ਪਤਾ ਸੀ ਵੀ ਦੋ ਹਿੱਸਿਆਂ 'ਚ ਜੋ ਬਾਲਕ ਜੰਮੇ, ਤੇ ਇਹ ਦਾਈ ਦੇ ਕਹਿਣ ਤੇ ਅਸੀਂ ਆਪ ਹੀ ਸਾਰਿਆਂ ਬਾਹਰ ਡਰਦਿਆਂ ਸਿੱਟ ਦਿੱਤਾ ਸੀ ਵੀ ਉਹੀ ਦੋ ਹਿੱਸਿਆਂ ਦਾ ਇੱਕ ਇਹ ਬਾਲਕ ਜੋ ਬਣਿਆ ਵੀ ਇਹ ਮੇਰਾ ਹੀ ਪੁੱਤਰ ਹੈ। ਇਹ ਜਾਣ ਕੇ ਰਾਜਾ ਬੜਾ ਖੁਸ਼ ਹੋਇਆ ਤੇ ਉਹਨੂੰ ਆਪਣਾ ਪੁੱਤਰ ਜਾਣ ਕੇ ਗੋਦ ਵਿੱਚ ਲੈਣਾ ਕੀਤਾ। ਬਹੁਤ ਸਹਿਤਦਾਰਾ ਦੋਇ ਦੀਨਸ। ਤੇ ਬੜੀ ਖੁਸ਼ੀ ਦੇ ਨਾਲ ਆਪਣੀਆਂ ਦੋਹਾਂ ਰਾਣੀਆਂ ਨੂੰ ਦੇ ਦਿੱਤਾ ਵੀ ਇਹ ਤੁਹਾਡਾ ਪੁੱਤਰ ਹੈ ਦੋਹਾਂ ਦਾ। ਜਰਾ ਰਾਖਸ਼ੀ ਵਿਦਿਆ ਹੋਏ। ਤੇ ਜਿਹੜੀ ਜਰਾ ਰਾਖਸ਼ਣੀ ਸੀ ਫਿਰ ਉਹਨੂੰ ਪਹਿਲਾਂ ਤਾਂ ਤਾੜਨਾ ਕਰਨ ਲਈ ਰਾਜੇ ਨੇ ਮਾਰਨ ਲਈ ਫੜ ਕੇ ਲਿਆਂਦਿਆ ਸਿਪਾਹੀਆਂ ਨੇ ਰਾਜੇ ਕੋ, ਪਰ ਜਦੋਂ ਵੇਖਿਆ ਵੀ ਇਹਦੇ ਇਸ ਯਤਨ ਕਰਕੇ ਹੀ ਇਹ ਮੇਰਾ ਪੁੱਤਰ ਜਿਹੜਾ ਬਣਿਆ ਹੈ ਬਚਿਆ ਹੈ, ਤਾਂ ਉਹਨੂੰ ਕਿਹਾ ਵੀ ਤੂੰ ਜਾ ਸਕਦੀ ਹੈ। ਜਰਾ ਰਾਖਸ਼ਣੀ ਰਾਜੇ ਕੋ ਵਿਦਿਆ ਹੋ ਗਈ ਕੈਦ ਵਿੱਚੋਂ ਛੁੱਟ ਕੇ। ਗਈ ਚਿੰਤ ਰਾਜੇ ਕੀ ਖੋਏ। ਤੇ ਜਿਹੜੀ ਰਾਜੇ ਦੀ ਚਿੰਤਾ ਸੀ ਵੀ ਮੇਰੇ ਮਗਰੋਂ ਹੁਣ ਰਾਜ ਭਾਗ ਕੌਣ ਸੰਭੂਗਾ, ਉਹ ਸਾਰੀ ਚਿੰਤਾ ਦੂਰ ਹੋ ਗਈ ਉਸ ਬਾਲਕ ਕਰਕੇ। ਜਗ ਦਾਨ ਮੰਗਲ ਉਤਸਾਹ। ਬੜਾ ਇਹਨੇ ਜਗ ਕਰਾਏ, ਦਾਨ ਦਿੱਤਾ, ਬਹੁਤ ਖੁਸ਼ੀਆਂ ਮਨਾਈਆਂ, ਉਤਸਵ ਹੋਏ ਇਸ ਰਾਜੇ ਦੇ ਦੇਸ਼ ਵਿੱਚ। ਕਰਤ ਭਇਓ ਹਿਤ ਸੋ ਨਰ ਨਾਹੂ। ਆ ਸਭ ਰਾਜਿਆਂ ਦਾ ਮਗਧ ਦੇਸ਼ ਦਾ ਰਾਜਾ ਪਟਨੇ ਸ਼ਹਿਰ ਵਿੱਚ ਨਿਵਾਸ ਕਰਨ ਵਾਲਾ ਜੋ ਬ੍ਰਿਹਦਰਥ ਨਾਥ ਹੈ, ਸਤਿਗੁਰੂ ਸਾਹਿਬ ਸਾਖੀ ਦੱਸ ਰਹੇ ਕਿਰਪਾਲ ਚੰਦ ਜੀ, ਉਹ ਬਹੁਤ ਹੀ ਫਿਰ ਖੁਸ਼ੀਆਂ ਮਨਾਈਆਂ ਰਾਜੇ ਨੇ। ਤਾਂ ਸਭ ਲੋਕ ਵੀ ਖੁਸ਼ ਹੋਏ ਵੀ ਸਾਡੇ ਰਾਜੇ ਦੇ ਘਰ ਵਿੱਚ ਪੁੱਤਰ ਹੋਇਆ ਏ। ਜਰਾ ਰਾਖਸ਼ੀ ਸੰਧ ਕਰਿਓ ਹੈ। ਤੇ ਜਰਾ ਰਾਖਸ਼ਣੀ ਨੇ ਸੰਧ ਕੀ ਹੁੰਦਾ ਸੀ ਵੀ ਸੰਧ ਕਹਿੰਦੇ ਨੇ ਸੰਧੀ ਕਰਨੀ, ਜੋੜ ਕਰਨਾ। ਜਿਵੇਂ ਅੱਜ ਕੱਲ੍ਹ ਆਪਾਂ ਆਮ ਬੋਲੀ ਵਰਤਦੇ ਆ ਵੀ ਜੋੜ ਦੇਣਾ ਕਿਸੇ ਟੁੱਟੀ ਚੀਜ਼ ਨੂੰ, ਤੇ ਉਹ ਪੁਰਾਣੇ ਸਮੇਂ ਦੀ ਬੋਲੀ ਆ ਵੀ ਸੰਧ ਕਰ ਦੇਣਾ। ਕਹਿੰਦੇ ਵੀ ਜੋ ਜਰਾ ਰਾਖਸ਼ਣੀ ਸੀ ਉਹਨੇ ਦੋ ਜਿਹੜੇ ਹਿੱਸੇ ਸਨ ਉਹਨਾਂ ਨੂੰ ਆਪਸ ਵਿੱਚ ਜੋੜਨਾ ਕੀਤਾ ਬਾਲਕ ਦੇ ਸਰੀਰ ਦੇ। ਜਰਾ ਸੰਧ ਇਮ ਨਾਮ ਭਰਿਓ। ਇਸ ਕਰਕੇ ਉਹਦਾ ਨਾਮ ਜਰਾ ਸੰਧ ਹੀ ਪੈ ਗਿਆ। ਜਰਾ ਰਾਖਸ਼ਣੀ ਦੇ ਨਾਮ ਤੋਂ ਲਿਆ
ਤੇ ਸੰਧ ਦੋ ਹਿੱਸਿਆਂ ਨੂੰ ਜੋੜਨ ਕਰਕੇ ਉਹ ਬਾਲਕ ਦਾ ਇੱਕ ਸਰੂਪ ਬਣਿਆ, ਜਿਸ ਕਰਕੇ ਉਹਦਾ ਨਾਮ ਜਰਾਸੰਧ ਪੈ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਜਰਾਸੰਧ ਰਾਜੇ ਦੀ ਕਥਾ ਬਹੁਤ ਖੋਲ ਕੇ ਲਿਖੀ ਹੈ। 17 ਵਾਰ ਕ੍ਰਿਸ਼ਨ ਨੂੰ ਇਹਨੇ ਅੱਗੇ ਲਾਇਆ ਸੀ, ਐਡਾ ਵੱਡਾ ਬਲੀ ਰਾਜਾ ਸੀ, ਮੌਕੇ ਦੇ ਅਵਤਾਰ ਨੂੰ 17 ਵਾਰਾਂ ਭਜਾਇਆ ਆਪਣੇ ਗਾੜੀ, ਤੇ ਇਸ ਤਰ੍ਹਾਂ ਜਰਾਸੰਧ ਨਾਮ ਪੈ ਗਿਆ ਉਸ ਬਾਲਕ ਦਾ। ਉਹ ਅੱਗੇ ਕਥਾ ਆਵੇਗੀ ਜਾ ਕੇ। ਦਿਨ ਦਿਨ ਵਧੈ ਅਧਿਕ ਬਲ ਧਰੈ, ਜਿਉਂ-ਜਿਉਂ ਦਿਨ ਲੰਘਦੇ ਹਨ ਤਿਵੇਂ-ਤਿਵੇਂ ਸਰੀਰ ਦਾ ਬਲ ਵੱਧਦਾ ਜਾ ਰਿਹਾ ਇਸ ਜਰਾਸੰਧ ਦਾ ਬਾਲਕ ਦਾ। ਸ਼ਕਤ ਵਿਸਾਲ ਨਿਰਭਉ ਸਮ ਕਰੈ, ਕਹਿੰਦੇ ਸ਼ਕਤੀ ਬਹੁਤੀ ਸਰੀਰ ਵਿੱਚ ਆਉਂਦੀ ਹੈ, ਤੇ ਇਹਦਾ ਜਿਹੜਾ ਰਹਿਣ ਸਹਿਣ ਐਵੇਂ ਹੈ ਜਿਵੇਂ ਚੱਕਰਵਰਤੀ ਪਾਤਸ਼ਾਹ ਕਰਦੇ ਹੁੰਦੇ, ਰਾਜਿਆਂ ਦੇ ਵਾਂਗ ਰਹਿੰਦਾ ਬਹਿੰਦਾ ਹੈ। ਮਹਾਬਹਾ ਆ ਜੁਧ ਛਾਤੀ, ਬੜੀਆਂ ਲੰਮੀਆਂ ਲੰਮੀਆਂ ਬਾਹਾਂ ਹਨ ਅਤੇ ਜਿਹੜੀ ਚੌੜੀ ਛਾਤੀ ਹੈ, ਬਹੁਤ ਹੀ ਸੂਰਬੀਰਾਂ ਵਾਲਾ ਸਰੀਰ ਹੈ ਜਰਾਸੰਧ ਦਾ। ਸ਼ੁਭ ਲੱਛਣ ਸੁੰਦਰ ਸਭ ਭਾਂਤੀ, ਸਰੀਰ ਦੇ ਸਾਰੇ ਸ਼ੁਭ ਲੱਛਣ ਨੇ, ਭਾਵ ਕਿ ਅੰਗ ਪ੍ਰਤੰਗ ਬੜੇ ਸੋਹਣੇ ਤੇ ਬਲ ਵਾਲੇ ਹਨ, ਹਰ ਤਰ੍ਹਾਂ ਕਰਕੇ ਸਰੀਰ ਬਲੀ ਹੈ ਜਰਾਸੰਧ ਰਾਜੇ ਦਾ। ਬੀਤਤ ਭਇਓ ਜਬ ਹੈ ਚਿਰ ਕਾਲ, ਇਸ ਤਰ੍ਹਾਂ ਸਮਾਂ ਜਦੋਂ ਬਹੁਤ ਸਾਰਾ ਲੰਘ ਗਿਆ, ਬਾਲਕ ਦੀ ਪਰਵਰਿਸ਼ ਕਰਦੇ ਆ। ਸ਼ੁਭ ਲੱਛਣ ਸੁਣ ਕੇ ਸੋਰਿਖ ਅਖਲ ਹਵਾਲ, ਸੁਣ ਕੇ ਸੋਰਿਖ ਅਖਲ ਹਵਾਲ, ਜੋ ਸਾਧ ਸੰਗਤ ਲਿਖੀ ਸੀ ਨਾ, ਜਿਹੜਾ ਚੰਦਰਕ ਨਾਮ ਦਾ ਮਹਾਤਮਾ, ਜਿਹਨੇ ਸੇਵਾ ਖੁਸ਼ ਹੋ ਕੇ ਸੇਵਾ ਤੋਂ ਰਾਜੇ ਬ੍ਰਿਹਦਰਥ ਨਾਥ ਨੂੰ ਉਹ ਫਲ ਦਿੱਤਾ ਸੀ, ਉਹਨੂੰ ਸਾਰੇ ਹਵਾਲ ਦਾ ਪਤਾ ਲੱਗਾ ਵੀ ਐਵੇਂ ਰਾਜੇ ਦੇ ਘਰ ਵਿੱਚ ਦੋਵਾਂ ਰਾਣੀਆਂ ਤੋਂ ਅੱਧੇ ਅੱਧੇ ਸਰੀਰ ਦਾ ਜਨਮ ਹੋਇਆ, ਤਾਂ ਇੱਕ ਰਾਖਸ਼ਣੀ ਨੇ ਜੋੜਿਆ, ਉਹ ਇੱਕ ਬਾਲਕ ਦਾ ਸਰੂਪ ਬਣਿਆ, ਤਾਂ ਰਾਜੇ ਘਰ ਸੰਤਾਨ ਹੋਈ ਹੈ। ਇਸ ਗੱਲ ਦਾ ਉਸ ਮਹਾਤਮਾ ਨੂੰ ਜਦੋਂ ਪਤਾ ਲੱਗਾ ਵੀ ਦੋ ਹਿੱਸੇ ਜੁੜ ਕੇ ਤੇ ਬਾਲਕ ਬਣਿਆ ਹੈ ਰਾਜੇ ਦਾ, ਸਾਰਾ ਹਵਾਲ ਸੁਣ ਕੇ ਇਸੇ ਦੇਸ਼ ਚਲੇ ਆਇਓ ਸੋਏ, ਕਹਿੰਦੇ ਇਸੇ ਦੇਸ਼ ਵਿੱਚ ਗੁਰੂ ਸਾਹਿਬ ਕਹਿੰਦੇ ਜਿੱਥੇ ਆਪਾਂ ਬੈਠੇ ਇਸੇ ਪਟਨੇ ਮਗਧ ਦੇਸ਼ ਵਿੱਚ ਚੱਲ ਕੇ ਉਹ ਆ ਗਿਆ ਮਹਾਤਮਾ ਚੰਦਰਕ। ਦੇਖਣ ਹਿਤ ਦ੍ਰਿਪ ਕੋ ਸੁਤ ਜੋਇ, ਉਹਦੇ ਮਨ ਵਿੱਚ ਵੀ ਉਸ ਰਾਜੇ ਦੇ ਪੁੱਤਰ ਨੂੰ ਵੇਖਣ ਦੀ ਲਾਲਸਾ ਵਧੀ ਮਹਾਤਮਾ ਦੇ। ਸੁਨਤ ਭੂਪ ਨੇ ਸੁਖ ਕੋ ਮਾਨਾ, ਜਦੋਂ ਰਾਜੇ ਨੇ ਸੁਣਿਆ ਵੀ ਚੰਦਰਕ ਰਿਖੀ ਜੀ ਆਏ ਹਨ ਜਿਨ੍ਹਾਂ ਦੀ ਕਿਰਪਾ ਨਾਲ ਬੱਚਾ ਹੋਇਆ, ਤਾਂ ਬੜਾ ਸੁਖ ਮੰਨਿਆ। ਪੂਜਨ ਕੀਲ ਸੋਜ ਮਹਾਨ, ਬੜੀ ਆਓ ਭਗਤ ਕੀਤੀ, ਸਭ ਸਮੱਗਰੀ ਲੈ ਕੇ ਪੂਜਾ ਕੀਤੀ ਹੈ। ਦੋ ਭਾਰ ਜਾਲੇ ਕਰ ਸਾਜ, ਫਿਰ ਆਪਣੀਆਂ ਦੋਵੇਂ ਰਾਣੀਆਂ ਨੂੰ ਨਾਲ ਲੈ ਕੇ ਬ੍ਰਿਹਦਰਥ ਰਾਜਾ ਕੇ ਚਰਨ ਧਰਿਓ ਨਿਜ ਮਾਤ, ਤੇ ਮਹਾਤਮਾ ਉਸ ਰਿਖੀ ਚੰਦਰਕ ਦੇ ਚਰਨਾਂ ਤੇ ਮੱਥਾ ਰੱਖ ਕੇ ਨਮਸਕਾਰ ਕੀਤੀ। ਬਿਨੈ ਭਨੀ ਸਾਦਰ ਬੈਠਾਇਓ, ਬਹੁਤ ਬੇਨਤੀਆਂ ਕੀਤੀਆਂ, ਸਤਿਕਾਰ ਦੇ ਨਾਲ ਉੱਚੇ ਸਿੰਘਾਸਣ ਤੇ ਰਾਜੇ ਨੇ ਉਸ ਮਹਾਤਮਾ ਨੂੰ ਬਿਠਾਇਆ। ਬੜੇ ਭਾਗ ਹਮ ਦਰਸ਼ਨ ਪਾਇਓ, ਕਹਿਣ ਲੱਗਾ ਮਹਾਰਾਜ ਬਹੁਤ ਵੱਡੇ ਭਾਗ ਨੇ ਜੋ ਤੁਹਾਡੇ ਦਰਸ਼ਨ ਅਸੀਂ ਪਾਏ ਹਨ ਆਪਣੇ ਘਰ ਦੇ ਵਿੱਚ। ਪਰ ਕਿਰਪਾ ਵਿਸਾਲ ਤੁਮਾਰੀ, ਮੇਰੇ ਉੱਤੇ ਤੁਹਾਡੀ ਬਹੁਤ ਹੀ ਕਿਰਪਾ ਹੋਈ ਹੈ ਵੀ ਮੈਂ ਤਾਂ ਹੁਣ ਨਦੀ ਕਿਨਾਰੇ ਰੁਖੜੇ ਵੱਲ ਜਾ ਰਿਹਾ ਸੀ। ਇਹੋ ਜੀ ਹਾਲਤ ਜਿਵੇਂ ਬਾਣੀ 'ਚ ਕਹੀ ਹੈ, ਸਤਿਗੁਰਾਂ ਨੇ ਭਾਵ ਕਿ ਬਿਰਧ ਹੋ ਗਿਆ ਸੀ, ਆਸ ਨਹੀਂ ਸੀ ਵੀ ਸੰਤਾਨ ਹੋਏਗੀ, ਇਹ ਤਾਂ ਤੁਸੀਂ ਕਿਰਪਾ ਕਰਕੇ ਸੰਤਾਨ ਬਖਸ਼ੀ ਹੈ। ਜੋ ਪੁੱਤਰ ਜੋਧਾ ਬਲ ਭਾਰੀ, ਪੁੱਤਰ ਵੀ ਐਸਾ ਦਿੱਤਾ ਹੈ, ਵੇਖੋ ਕਿੱਡਾ ਸੋਹਣਾ ਸਰੀਰ, ਜੋਧਾ ਹੈ, ਬੜੇ ਸ਼ਸਤਰ ਚਲਾਉਂਦਾ ਹੈ ਮਹਾਂਪੁਰਖੋ, ਬੜਾ ਭਾਰੀ ਬਲ ਹੈ ਇਸ ਦੇ ਵਿੱਚ। ਆਵੇ ਰਾਜ ਆਪ ਹੀ ਕਰੀ, ਤੇ ਰਾਜਾ ਮਹਾਤਮਾ ਦੇ ਇਸ ਵਰ ਤੇ ਇੰਨਾ ਖੁਸ਼ ਹੋਇਆ, ਕਹਿਣ ਲੱਗਾ ਹੇ ਮਹਾਰਾਜ, ਹੇ ਚੰਦਰਕ ਰਿਖੀ ਜੀ, ਇਹ ਹੁਣ ਮੈਂ ਰਾਜ ਭਾਗ ਕੀ ਕਰਨਾ, ਮੈਨੂੰ ਸੰਤਾਨ ਦੀ ਇੱਛਾ ਸੀ, ਤੁਸੀਂ ਬੈਠ ਕੇ ਤਖਤ ਤੇ ਰਾਜ ਭਾਗ ਕਰੋ। ਹਮ ਸਭ ਹਨ ਕੋ ਆਸ਼ਾ ਥਰੀ ਹੈ, ਸਾਡਾ ਸਾਰਿਆਂ ਦਾ ਅੱਛਾ ਇਹੀ ਹੈ ਵੀ ਤਖਤ ਤੇ ਤੁਸੀਂ ਬੈਠੋ ਤੇ ਸਾਡੀ ਤੁਸੀਂ ਸੰਭਾਲ ਕਰੋ, ਸਾਰੇ ਨਗਰ ਦੀ ਤੇ ਸਾਡੀ ਵੀ। ਕਹਿ ਲਿਖੀ ਸੁਰ ਸੁਨਹੁ ਨਰੇਸ਼, ਤੇ ਜਦੋਂ ਰਾਜੇ ਇਸ ਬ੍ਰਿਹਦਰਥ ਨੇ ਕਿਹਾ ਵੀ ਇਹ ਰਾਜ ਭਾਗ ਮਹਾਤਮਾ ਜੀ ਤੁਸੀਂ ਸਾਂਭੋ ਤੇ ਤੁਸੀਂ ਸਾਡੀ ਪਾਲਣਾ ਕਰੋ, ਤਾਂ ਰਾਜੇ ਕੋ ਸੁਣ ਕੇ ਚੰਦਰਕ ਰਿਖੀ ਕਹਿਣ ਲੱਗਾ ਹੈ ਰਾਜਨ ਸੁਣ, ਤੁਮ ਕੋ ਹੀ ਸ਼ੋਭਤ ਸਭ ਦੇਸ਼, ਕਹਿੰਦੇ ਆ ਸਾਰਾ ਜਿਹੜਾ ਮਗਧ ਦੇਸ਼ ਹੈ ਨਾ, ਇਹ ਰਾਜਨ ਇਹ ਤੁਹਾਨੂੰ ਲੋਕਾਂ ਨੂੰ ਹੀ ਰਾਜ ਭਾਗ ਕਰਨਾ ਇਹਦੇ ਵਿੱਚ ਸ਼ੋਭਦਾ ਚੰਗਾ ਲੱਗਦਾ ਹੈ। ਤਪਸਾ ਬਨਿਓ ਹਮਾਰੋ ਰਾਜ, ਸਾਡੇ ਵਾਸਤੇ ਤਾਂ ਪਰਮੇਸ਼ਰ ਦੀ ਬੰਦਗੀ ਕਰਨੀ ਇਹੀ ਰਾਜ ਭਾਗ ਹੈ, ਸਾਨੂੰ ਆ ਤੁਹਾਡੇ ਰਾਜ ਭਾਗ ਦੀ ਲੋੜ ਕੋਈ ਨਹੀਂ ਹੈ। ਤੁਮਹੀ ਰੱਖੋ ਸੈਨ ਸਮਾਜ, ਇਹ ਜਿਹੜੀ ਸਭ ਸੈਨਾ ਫੌਜ ਹੈ
ਹੈ ਸ਼ਸਤਰ ਧਾਰੀ ਹੋਰ ਸਮਾਜ ਹੈ। ਚੰਦਰਕ ਰਿਖੀ ਮਹਾਤਮਾ ਕਹਿਣ ਲੱਗਾ ਇਹ ਸਭ ਕੁਝ ਤੁਸੀਂ ਰੱਖੋ ਰਾਜਨ, ਇਹ ਤੁਹਾਨੂੰ ਰਾਜੇ ਲੋਕਾਂ ਨੂੰ ਹੀ ਰਾਜ ਕਰਨਾ ਚੰਗਾ ਲੱਗਦਾ, ਸਾਨੂੰ ਤਾਂ ਬੰਦਗੀ ਕਰਨੀ ਹੀ ਧੁਰੋਂ ਲਿਖੀ ਹੈ। ਏ ਸੁਤ ਤੁਮਰੋ ਐਸੋ ਭਾਇਓ। ਬਸ ਅਸੀਂ ਵੇਖਣ ਆਏ ਸਾਂ ਤੇ ਤੈਨੂੰ ਦੱਸਣ ਆਏ ਵੀ ਐਸਾ ਪੁੱਤਰ ਤੇਰੇ ਘਰ ਵਿੱਚ ਪੈਦਾ ਹੋਇਆ ਏ। ਵਿਦਿਤੈ ਸਕਲ ਜਗਤ ਜਸ ਲਹਿਓ। ਆਏ ਵਿਦਿਤੈ ਸਕਲ ਜਗਤ ਜਸ ਲਹਿਓ, ਸਾਰੇ ਜਗਤ ਵਿੱਚ ਇਹ ਪ੍ਰਸਿੱਧ ਹੋਊ ਤੇ ਆਪਣੀ ਸੂਰਮ ਗਤੀ ਦਾ ਜਸ ਖੱਟੇਗਾ। ਜਗਤ ਵਿਖੈ ਇਸਕੇ ਸਮ ਭੂਪ। ਸਾਰੇ ਜਗਤ ਵਿੱਚ ਰਿਖੀ ਕਹਿਣ ਲੱਗਾ ਹੈ ਤੇਰੇ ਪੁੱਤਰ ਦੇ ਜਰਾਸੰਧ ਦੇ ਬਰਾਬਰ ਦਾ ਕੋਈ ਰਾਜਾ ਨਹੀਂ ਹੋਵੇਗਾ। ਨਹੀਂ ਹੋਏ ਹੈ ਮਹਿਦ ਅਨੂਪ। ਆ ਕਹਿੰਦੇ ਵੀ ਬੜੇ ਵੱਡੇ ਤੋਂ ਵੱਡੇ ਰਾਜੇ ਤਾਂ ਹੋਣਗੇ ਪਰ ਇਹਦੇ ਵਰਗਾ ਸੁੰਦਰ ਰਾਜ ਭਾਗ ਕਰਨ ਵਾਲਾ ਤੇ ਬਲੀ ਰਾਜਾ ਕੋਈ ਦੂਸਰਾ ਨਹੀਂ ਹੋਵੇਗਾ ਇਹਦੇ ਸਮੇਂ 'ਚ। ਸਭ ਰਾਜਨ ਕੋ ਰਾਜਾ ਹੋਏ। ਇਹ ਜਿੰਨੇ ਵੀ ਰਾਜੇ ਹੋਣਗੇ ਇਹਦੇ ਸਮੇਂ 'ਚ ਇਹ ਉਹਨਾਂ ਸਾਰਿਆਂ ਦਾ ਰਾਜਾ ਬਣ ਕੇ ਰਾਜ ਕਰੂਗਾ, ਉੱਪਰ ਹੋ ਕੇ ਰਹੇਗਾ। ਜਾਂ ਕੀ ਸੰਸਰ ਕਰੈ ਨ ਕੋਈ। ਇਹਦੀ ਬਰਾਬਰੀ ਨਹੀਂ ਕੋਈ ਕਰ ਸਕੇਗਾ। ਸੋਰ ਸੋਰਨ ਕੋ ਜੀਤੈ ਜੁਧ। ਕੀ ਦੇਵਤੇ ਕੀ ਦੈਂਤ ਸਭ ਨਾਲ ਯੁੱਧ ਕਰਕੇ ਸਭ ਨੂੰ ਜਿੱਤ ਕੇ ਆਪਣੇ ਅਧੀਨ ਕਰ ਲਵੇਗਾ। ਕਰੇ ਪ੍ਰਜਾ ਕੀ ਰੱਛਾ ਸੁਧ। ਤੇ ਆਪਣੀ ਪ੍ਰਜਾ ਦੀ ਰੱਖਿਆ ਕਰੂ, ਜਿਹੜੀ ਇਹਦੀ ਪ੍ਰਜਾ ਹੋਊਗੀ ਉਹ ਸੁੱਖ ਨਾਲ ਵਸੂ, ਕਿਸੇ ਤਰ੍ਹਾਂ ਦੀ ਉਹਨਾਂ ਨੂੰ ਤੰਗੀ ਨਹੀਂ ਆਉਣ ਦਊਗਾ। ਜੋ ਨਰਿੰਦੇ ਇਸ ਪਰ ਚੜਿਆਵੈ। ਇਸ ਪ੍ਰਕਾਰ ਦੇ ਨਾਲ ਰਾਜੇ ਨੂੰ ਮਹਾਤਮਾ ਜੋ ਚੰਦਰਕ ਰਿਖੀ ਦੱਸ ਰਿਹਾ ਵੀ ਜਿਹੜਾ ਰਾਜਾ ਇਹ ਪੁਰੀ ਤੇ ਚੜ ਕੇ ਆਊ ਨਾ ਇਸ ਸ਼ਹਿਰ ਦੇ ਉੱਤੇ, ਕੁਝ ਬਲ ਤੇ ਤੇ ਹਤੇ ਪਲਾਵੈ। ਆਪਣੇ ਬਾਹਾਂ ਦੇ ਬਲ ਨਾਲ ਜਾਂ ਤਾਂ ਉਹਨਾਂ ਨੂੰ ਮਾਰ ਦੂਗਾ ਜਾਂ ਉਹ ਇਹਦੇ ਅੱਗੇ ਲੱਗ ਕੇ ਨੱਸ ਜਾਇਆ ਕਰਨਗੇ। ਤਪਸੀ ਕੇ ਸੁਣ ਕਰ ਗਾਥਾ। ਇਸ ਤਰ੍ਹਾਂ ਰਾਜੇ ਨੇ ਜਦੋਂ ਰਿਖੀ ਦੇ ਬਚਨ ਸੁਣੇ ਮਹਾਤਮਾ ਦੇ ਆਪਣੇ ਪੁੱਤਰ ਦੀ ਵਡਿਆਈ ਵਿੱਚ, ਸੁਤ ਗੁਣ ਤੇ ਵਿਸਾਲ ਸੁਖ ਸਾਥਾ। ਸੁਤ ਗੁਣ ਤੇ ਵਿਸਾਲ ਸੁਖ ਸਾਤਾ, ਆਪਣੇ ਪੁੱਤਰ ਦੇ ਗੁਣਾਂ ਵਾਲੇ ਹੋਣ ਦੀ ਗੱਲ ਰਿਖੀ ਕੋ ਸੁਣ ਕੇ ਤੇ ਬਹੁਤਾ ਹੀ ਸੁਖੀ ਹੋਇਆ ਵੀ ਮੇਰਾ ਪੁੱਤਰ ਏਡਾ ਵੱਡਾ ਰਾਜਾ ਬਣੇਗਾ। ਰਾਜ ਤਿਲਕ ਅਬ ਭੇਖਨ ਕੀਨਾ। ਉਸ ਵੇਲੇ ਫਿਰ ਜਦੋਂ ਮਹਾਤਮਾ ਨੇ ਸਾਰੀ ਗੱਲ ਦੱਸ ਹੀ ਦਿੱਤੀ ਵੀ ਬੜਾ ਬਲੀ ਆਏ, ਤਾਂ ਰਾਜੇ ਨੇ ਫਿਰ ਬਿਰਧਰਥ ਨੇ ਸੋਚਿਆ ਵੀ ਮੈਂ ਹੁਣ ਕੀ ਰਾਜ ਕਰਕੇ ਕਰਨਾ, ਵੀ ਆਪਣੇ ਪੁੱਤਰ ਨੂੰ ਹੀ ਫਿਰ ਮੈਂ ਬਿਠਾਲਦਾ, ਆਪ ਬੰਦਗੀ ਕਰਦੇ ਆ, ਜਾ ਕੇ ਤਪੱਸਿਆ ਕਰਦੇ ਆ। ਇਸ ਤਰ੍ਹਾਂ ਸਾਧ ਸੰਗਤ ਵਿਚਾਰ ਕਰਕੇ ਰਾਜ ਤਿਲਕ ਅਬਖੇਖਨ ਕੀਨਾ, ਜਿਹੜਾ ਰਾਜ ਤਿਲਕ ਦਾ ਜਿਹੜਾ ਅਬਖੇਖ ਰਾਜ ਆਦਿਕ ਅਧਿਕਾਰ ਦੇਣ ਦੇ ਸਮੇਂ ਜੋ ਮੰਤਰ ਆਦਿਕ ਪੜ੍ਹ ਕੇ ਹੋਰ ਕੁਸ਼ਾ ਆਦਿਕ ਵਧਾ ਖੁਸ਼ਾ ਕੇ ਤੇ ਫਿਰ ਸਾਰਾ ਰਾਜ ਭਾਗ ਦਾ ਤਿਲਕ ਉਹਨਾਂ ਯੁੱਗਾਂ ਦੇ ਵਿੱਚ ਜਿਵੇਂ ਦਿੰਦੇ ਹੁੰਦੇ ਸਨ, ਉਸੇ ਤਰ੍ਹਾਂ ਦੀ ਮਰਿਆਦਾ ਕਰਕੇ ਬ੍ਰਿਹਦਰਥ ਨੇ ਆਪਣੇ ਪੁੱਤਰ ਜਰਾਸੰਧ ਨੂੰ ਰਾਜ ਭਾਗ ਸੌਂਪ ਦਿੱਤਾ। ਆਪ ਪੰਥ ਕਾਨਨ ਕੋ ਲੀਨਾ। ਆਪ ਜੰਗਲਾਂ ਦੇ ਰਾਹ ਪੈ ਗਿਆ, ਕਿਉਂਕਿ ਉਦੋਂ ਜੰਗਲਾਂ 'ਚ ਹੀ ਜਾਣਾ ਚੰਗਾ ਸਮਝਦੇ ਸਨ। ਸਭ ਕੋ ਕਹਿ ਸਿੱਖਿਆ ਦੇ ਘਰੇ। ਆਪਣੇ ਪੁੱਤਰ ਨੂੰ ਬਹੁਤ ਸਿੱਖਿਆ ਦੇ ਕੇ ਵੀ ਪ੍ਰਜਾ ਨੂੰ ਨਾ ਦੁੱਖ ਦੇਵੀ, ਹੋਰ ਜੋ ਮਰਜ਼ੀ ਹੋਵੇ। ਜੁਗਤਾਰਾ ਲੈ ਕਰ ਭਾਮਨੀ। ਆਪਣੀਆਂ ਦੋਵੇਂ ਸੋਹਣੀਆਂ ਪਿਆਰੀਆਂ ਸ਼ੁਭ ਗੁਣਾਂ ਵਾਲੀਆਂ ਆਪਣੀਆਂ ਰਾਣੀਆਂ ਨੂੰ ਨਾਲ ਹੀ ਲੈ ਲਿਆ ਇਸ ਰਾਜੇ ਨੇ। ਬਨ ਮੈਂ ਗਮਨਿਓ ਤਪਸੀ ਸੰਗ। ਉਹ ਜੋ ਰਿਖੀ ਸੀ ਨਾ ਚੰਦਰਕ, ਉਹਦੇ ਨਾਲ ਹੀ ਜੰਗਲ ਵਿੱਚ ਚਲਾ ਗਿਆ ਵੀ ਜੇ ਮਹਾਤਮਾ ਜੀ ਤੁਸੀਂ ਬੰਦਗੀ ਕਰਦੇ ਸਾਡੇ ਤੇ ਵੀ ਕਿਰਪਾ ਕਰੋ, ਅਸੀਂ ਵੀ ਕੋਈ ਰੱਬ ਰੱਬ ਕਰ ਲਈਏ। ਤੀਨ ਸਤਪ ਬਨ ਸੈਲ ਉਤੰਗ। ਇਸ ਤਰ੍ਹਾਂ ਜੰਗਲ ਦੇ ਵਿੱਚ ਉੱਚੀਆਂ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਪਹਾੜਾਂ ਤੇ ਚੜ੍ਹ ਕੇ ਇਹ ਰਾਜੇ ਤੇ ਇਸ ਦੀਆਂ ਦੋਵੇਂ ਰਾਣੀਆਂ ਨੇ ਬਿਰਧਰਥ ਨੇ ਬਹੁਤ ਬੰਦਗੀ ਕੀਤੀ। ਜਰਾਸੰਧ ਨਿਜ ਪਿਤ ਕੇ ਪਾਛੇ। ਤੇ ਇਧਰ ਜਰਾਸੰਧ ਨੇ ਆਪਣੇ ਪਿਤਾ ਦੇ ਰਾਜ ਭਾਗ ਤਿਆਗ ਕੇ ਜਾਣ ਦੇ ਪਿੱਛੋਂ ਚਤੁਰੰਗਨ ਕਰ ਜੁਦਨੀ ਆਛੇ। ਤੁਜਨੀ ਆਛੇ ਕਹਿੰਦੇ ਚਤੁਰੰਗਨ, ਚਾਰ ਤਰ੍ਹਾਂ ਦੀ ਜਿਹੜੀ ਫੌਜ, ਤਿੰਨ ਕੋਣੀਆਂ ਦੇ ਪਹਿਲਾਂ ਬਾਪ ਨੇ ਬਣਾਈ ਹੈ, ਅਤੇ ਜਿਵੇਂ ਪੈਦਲ ਚੱਲਣ ਵਾਲੀ, ਘੋੜਿਆਂ ਵਾਲੀ, ਹਾਥੀਆਂ ਵਾਲੀ, ਰਥਾਂ ਵਾਲੀ, ਇਸ ਤਰ੍ਹਾਂ ਚਾਰ ਤਰ੍ਹਾਂ ਦੀ ਚਤੁਰੰਗੀ ਫੌਜ ਹੁੰਦੀ ਸੀ ਪਹਿਲਾਂ। ਤੇ ਕਹਿੰਦੇ ਵੀ ਜਰਾਸੰਧ ਨੇ ਤਾਂ ਫਿਰ ਹੋਰ ਬਹੁਤ ਸਾਰੀ ਫੌਜ ਚਾਰ ਪ੍ਰਕਾਰ ਦੀ ਇਕੱਠੀ ਕਰ ਲਈ। ਕੀ ਆਗਿਆ ਮੋਰ। ਜਿਹੜਾ ਵੀ ਕੋਈ ਰਾਜਾ ਜਰਾਸੰਧ ਦੀ ਆਗਿਆ ਮੋੜਦਾ ਨਾ, ਇਹਦੀ ਆਗਿਆ ਨਹੀਂ ਮੰਨਦਾ, ਹੁਕਮ 'ਚ ਨਹੀਂ ਚੱਲਦਾ, ਕਰ ਰਿਪ ਕੋ ਸਿਰ ਫੋਰ। ਉਹਦੇ ਨਾਲ ਜੰਗ ਕਰਕੇ ਤੇ ਸ਼ਸਤਰ ਮਾਰ ਕੇ ਨਾਸ਼ ਕਰ ਦਿੰਦਾ, ਸਿਰ ਭੰਨ ਦਿੰਦਾ ਉਹਦਾ। ਇਸ ਕੋ ਕਾਰ ਗ੍ਰਹਿ ਮੈਂ ਡਾਰੇ। ਤੇ ਜਾਂ ਫਿਰ ਜਿਹਨੂੰ ਜਿਉਂਦਾ ਫੜਦਾ ਹੈ ਉਹਨੂੰ ਆਪਣੀ ਕੈਦ ਵਿੱਚ ਲਿਆ ਕੇ ਪਾ ਲੈਂਦਾ
ਲੈਂਦਾ ਵੀ ਹੁਕਮ ਨਹੀਂ ਮੰਨਦਾ ਸੀ, ਹੁਣ ਸੌਖਾ ਰਿਆਂ ਜੇਲ੍ਹ 'ਚ ਪੈ ਕਿਸੇ ਕੇ। ਨਿਕਾਸਾਂ ਸ਼ੀਨੇ ਸਾਰੇ। ਤੇ ਕਿਸੇ ਨੂੰ ਫਿਰ ਉਹਦੇ ਰਾਗ ਭਾਗ ਦੇ ਵਿੱਚੋਂ ਹੀ ਕੱਢ ਦਿੰਦਾ, ਜਿਹੜਾ ਉਹਦੀ ਆਗਿਆਹੀਨ ਨਹੀਂ ਮੰਨਦਾ, ਸਭ ਕੁਝ ਖੋਹ ਕੇ ਆਪਣੇ ਕੋਲ ਲੈ ਲੈਂਦਾ ਦੇਸ਼। ਭਲੇ ਭਾਂਤ ਨਿਜ ਰਾਜ ਵਧਾਵਾ। ਇਸ ਤਰ੍ਹਾਂ ਬੜੇ ਕਹਿੰਦੇ ਭਲੇ ਤਰੀਕੇ ਦੇ ਨਾਲ ਇਹਨੇ ਆਪਣਾ ਸਾਰਾ ਰਾਜ ਭਾਗ ਵਧਾਉਣਾ ਕੀਤਾ, ਸਾਰੇ ਮਗਧ ਦੇਸ਼ ਤੇ ਹੁਕਮ ਚਲਾ ਲਿਆ। ਸਭ ਪਰ ਆਪਣੋ ਹੁਕਮ ਟਿਕਾਵਾ। ਸਭ ਤੇ ਆਪਣਾ ਹੁਕਮ ਟਿਕਾਇਆ ਹੈ। ਡਰਦੇ ਹੀ ਹੁਕਮ ਮੰਨਦੇ, ਜਿਹੜਾ ਨਹੀਂ ਮੰਨਦਾ ਫਿਰ ਉਹਨੂੰ ਜੰਗ ਕਰਨਾ ਪੈਂਦਾ, ਜਿਹੜਾ ਜੰਗ ਕਰਦਾ ਉਹ ਜਰਾਸੰਧ ਅੱਗੇ ਠਹਿਰਦਾ ਨਹੀਂ ਹੈ। ਐਵੇਂ ਕਿਰਪਾਲ ਚੰਦ ਜੀ ਦੇ ਪੁੱਛਣ ਤੇ ਗੁਰੂ ਤੇਗ ਬਹਾਦਰ ਸਾਹਿਬ ਦੱਸ ਰਹੇ ਨੇ, ਉਹਨੇ ਪੁੱਛਿਆ ਸੀ ਕਿਹੜਾ ਰਾਜਾ ਮਹਾਰਾਜ ਪਟਨੇ ਸ਼ਹਿਰ 'ਚ ਸਭ ਤੋਂ ਵੱਡਾ ਹੋਇਆ ਹੈ। ਜੇ ਸਤਿਗੁਰੂ ਦੱਸ ਰਹੇ ਨੇ ਵੀ ਜਰਾਸੰਧ ਰਾਜਾ ਰਾਜੇ ਸਾਰਿਆਂ ਨਾਲੋਂ ਵੱਡਾ ਹੋਇਆ ਏ। 2 ਸਾਖੀਆਂ ਇਹ ਜਰਾਸੰਧ ਦੀਆਂ ਹੋਰ ਆਉਣਗੀਆਂ। ਸੋ ਇਹ ਕਥਾ ਆਪਾਂ ਆਉਣ ਵਾਲੇ ਸਮੇਂ 'ਚ ਸਰਵਣ ਕਰਾਂਗੇ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਇਤਿਹਾਸ ਕਹਿੰਦਿਆਂ ਸੁਣਦਿਆਂ ਨੇ ਕਈ ਭੁੱਲਾਂ ਹੋਈਆਂ ਨੇ, ਗੁਰੂ ਸਾਹਿਬ ਦੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਕਿਸ ਕੋ ਕਾਰ ਕੈ ਮੈਂ ਡਾਰੇ, ਕਿਸੇ ਨਿਕਾਸੇ ਸ਼ੀਨੇ ਸਾਰੇ। ਭਲੀ ਭਾਂਤ ਨਿਜ ਰਾਤ ਵਧਾਵਾ, ਸਭ ਪਰ ਆਪਣੋ ਹੁਕਮ ਟਿਕਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰਥ ਅਗਮ ਪੂਰਨ ਹੋਏ ਮਾਇਆ ਧਾਰ ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਨਹਿ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਦਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰਨਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਦਾ ਕਰ ਸੇਵੰਦ
ਪਾਰੇ ਉਤਾਰ